गुरु रूप प्यारी साध संगत जी, आओ मन बिरतियां एकाग्र करिए। गुरु चरणा च लवाई हाजरियां हाजरियां लवाउंदियां मन बिरतियां एकाग्र करदियां गज के बोलना जी। वाहिगुरु जी का खालसा, वाहिगुरु जी की फतेह। गुरु प्यारिओ, ਵੱਡਿਆਂ ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਹੈ ਜਿਸ ਸਮੇਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਪਰ ਆਪਣੇ ਆਪ ਵੀ ਸੂਝੀ ਲੈਂਦੇ ਹਾਂ ਕਿ ਜਿਹੜਾ ਜਨਮ ਸਾਨੂੰ ਮਿਲਿਆ ਇਹਦਾ ਕੀ ਮੁੱਲ ਹੈ ਔਰ ਇਹ ਕਿੱਡੀ ਕੁ ਵੱਡੀ ਦਾਤ ਹੈ। ਕਿਉਂਕਿ ਇਹ ਸੋਝੀ ਸਾਨੂੰ ਕੇਵਲ ਤਾਂ ਕੇਵਲ ਗੁਰੂ ਦੇ ਚਰਨਾਂ ਚੋਂ ਮਿਲਦੀ ਹੈ। ਪਰ ਵਿਚਾਰ ਕਰਨੀ ਹੈ, ਸਭ ਤੋਂ ਪਹਿਲਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਪੁਰਾਣੀ ਜਦੋਂ ਤੂੰ ਗੁਰੂ ਦੇ ਚਰਨਾਂ 'ਚ ਲੱਗਦਾ ਹੈ ਤੇ ਗੁਰੂ ਚਰਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੈਨੂੰ ਸੋਝੀ ਕੀ ਮਿਲਦੀ ਹੈ? ਸੋਝੀ ਮਿਲਦੀ ਹੈ ਹੁਕਮ ਕੀ ਹੈ। ਹੁਕਮ ਕੀ ਹੈ? ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਵਿਚਾਰ ਕਰ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਹੁਕਮੇ ਅੰਦਰ ਸਭ ਕੋ, ਕਹਿੰਦੇ ਜਿੰਨੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ, 83 ਲੱਖ ਜੂਨ ਪਰਮਾਤਮਾ ਨੇ ਬਣਾਈ ਹੈ, ਇਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ। ਸਾਰੀ ਦੀ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਹੁਕਮ ਤੋਂ ਕੋਈ ਜੀਵ ਬਾਹਰ ਨਹੀਂ ਹੈ। ਗੁਰੂ ਸਾਹਿਬਾਨ ਕਹਿੰਦੇ ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰ ਕੁਛ ਨਹੀਂ। ਇਸ਼ਾਰਾ ਕਰਦੇ ਆ ਹੁਕਮ ਦਾ ਭਾਵ ਕੀ ਹੈ? ਹੁਕਮ ਦਾ ਭਾਵ ਹੈ ਕਿ ਕੋਈ ਐਸੀ ਸ਼ਕਤੀ ਜਿਹੜੀ ਸ਼ਕਤੀ ਕਿਸੇ ਨੂੰ ਕੰਟਰੋਲ ਕਰਦੀ ਹੈ, ਉਹ ਸ਼ਕਤੀ ਦਾ ਨਾਂ ਹੁਕਮ ਹੈ, ਉਹ ਪਰਮਾਤਮਾ ਹੈ। ਤੇ ਸਾਰੀ ਸ੍ਰਿਸ਼ਟੀ ਉਹਨੇ ਆਪ ਬਣਾਈ ਹੈ ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਅੰਦਰ ਹੈ। ਹੁਕਮ ਇਸ ਲਈ ਅੱਖਰ ਵਰਤਿਆ, ਕਦੀ ਵਿਚਾਰ ਕਰਨਾ, ਜੇ ਕਿਸੇ ਕੇ ਪ੍ਰਾਣੀ ਨੇ ਕਿਤੇ ਆਰਮੀ ਦੀ ਜੌਬ ਕੀਤੀ ਹੋਵੇ ਤੇ ਉੱਥੇ ਇੱਕ ਗੱਲ ਹੁੰਦੀ ਸੀ, ਕੋਈ ਗੱਲ ਕਿਸੇ ਵੱਡੇ ਅਫਸਰ ਨੇ ਗੱਲ ਕਹਿ ਦੇਣੀ ਜਾਂ ਕੰਮ ਕਰਨਾ ਹੈ, ਭਾਵੇਂ ਕਰਨ ਵਾਲੇ ਨੂੰ ਉਹ ਚੰਗਾ ਲੱਗਦਾ ਤੇ ਭਾਵੇਂ ਉਹ ਕਰਨ ਵਾਲੇ ਨੂੰ ਚੰਗਾ ਨਹੀਂ ਲੱਗਦਾ। ਦੋ ਹੀ ਗੱਲਾਂ ਹੁੰਦੀਆਂ ਨੇ, ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਨਹੀਂ ਚੰਗਾ ਲੱਗਦਾ। ਪਰ ਹੁਕਮ ਹੋ ਗਿਆ ਹੈ, ਉਹ ਚੰਗਾ ਲੱਗੇ ਚਾਹੇ ਨਾ ਲੱਗੇ, ਉਹ ਕਰਨਾ ਪੈਣਾ ਹੈ। ਤੇ ਗੁਰੂ ਸਾਹਿਬਾਨ ਨੂੰ ਸਮਝਾਉਣ ਲੱਗੇ, ਕਹਿੰਦੇ ਪੁਰਾਣੀ ਵਿਚਾਰ ਕਰ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕਹਿੰਦੇ ਜੋ ਕੁਝ ਸੰਸਾਰ ਦੇ ਉੱਤੇ ਬਣਿਆ ਅੱਜ ਤੱਕ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ ਔਰ ਇਹ ਹੁਕਮ ਅਟਲ ਹੈ। ਜਿੰਨੀ ਸ੍ਰਿਸ਼ਟੀ ਜੋ ਕੁਝ ਕਰ ਰਹੀ ਹੈ ਪਰਮਾਤਮਾ ਦੇ ਹੁਕਮ ਦੇ ਅੰਦਰ ਕਰ ਰਹੀ ਹੈ ਔਰ ਉਸ ਹੁਕਮ ਨੂੰ ਚਾਹੇ ਕੋਈ ਦੁਖੀ ਹੋ ਕੇ ਮੰਨੇ ਤੇ ਚਾਹੇ ਕੋਈ ਸੁਖੀ ਹੋ ਕੇ ਮੰਨੇ, ਪਰ ਮੰਨਣਾ ਪਏਗਾ। ਉਸ ਹੁਕਮ ਦੇ ਵਿੱਚੋਂ ਲੰਘਣਾ ਪਏਗਾ, ਜੋ ਹੁਕਮ ਹੋਇਆ ਉਹ ਕਰਨਾ ਪਏਗਾ, ਕੋਈ ਰੋਕ ਨਹੀਂ ਸਕਦਾ। ਪਰ ਨਾਨਕ ਹੁਕਮੇ ਜੇ ਬੁੱਝੇ, ਗੁਰੂ ਜੀ ਕਹਿਣ ਲੱਗੇ, ਨਾਨਕ ਦਾ ਭਾਵ ਗੁਰੂ ਜੀ ਕਹਿ ਰਹੇ ਆ, ਕਹਿੰਦੇ ਨਾਨਕ ਹੁਕਮੇ ਜੇ ਬੁੱਝੇ। ਬੁੱਝਦਾ ਭਾਵ ਕੀ ਹੈ? ਕਿਸੇ ਚੀਜ਼ ਦੀ ਜਾਣਕਾਰੀ ਆ ਜਾਣੀ, ਸਮਝ ਲੈਣਾ, ਸਵੀਕਾਰ ਕਰ ਲੈਣਾ। ਠੀਕ ਹੈ। ਕਹਿੰਦਾ ਜੇ ਕੋਈ ਪ੍ਰਾਣੀ ਇਸ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ, ਸਮਝ ਲੈਂਦਾ ਹੈ ਵੀ ਜੋ ਕੁਝ ਹੋ ਰਿਹਾ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ, ਜੇ ਕਿਤੇ ਸਮਝਿਆ ਤਾਂ ਹਉ ਮੈਂ ਕਹੇ ਨਾ ਕੋਈ। ਕਹਿੰਦਾ ਫਿਰ ਉਹ ਪ੍ਰਾਣੀ ਹਉ ਦਾ ਭਾਵ ਹੰਕਾਰ ਦਾ ਮਾਰਿਆ, ਮੈਂ ਦਾ ਭਾਵ ਮੈਂ ਕੀਤਾ ਹੈ ਜਾਂ ਮੈਂ ਕਰ ਸਕਦਾ। ਦੋ ਗੱਲਾਂ ਨੇ। ਇੱਕ ਕੋਈ ਕੰਮ ਹੋ ਗਿਆ, ਕਹਿੰਦਾ ਮੈਂ ਕੀਤਾ, ਇੱਕ ਕੰਮ ਹੋਣਾ ਬਾਕੀ ਹੈ, ਕਹਿੰਦਾ ਮੈਂ ਕਰ ਸਕਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦਾ ਜੇ ਕੋਈ ਪ੍ਰਾਣੀ ਇਹ ਸਮਝ ਲਵੇ ਕਿ ਜੋ ਕੁਝ ਹੋ ਰਿਹਾ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ, ਉਹਦੇ ਭਾਣੇ 'ਚ ਹੋ ਰਿਹਾ, ਤਾਂ ਹਉ ਮੈਂ, ਇਹ ਮੈਂ ਕੁਝ ਨਹੀਂ ਕਰਨ ਜੋਗਾ। ਹਉ ਮੈਂ ਕਹੇ ਨਾ ਕੋਈ। ਕਹਿੰਦਾ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਮੇਰੇ ਕੋਲ ਕੋਈ ਤਾਕਤ ਹੈ, ਮੈਂ ਕੁਝ ਕਰ ਸਕਦਾ ਜਾਂ ਮੈਂ ਕੁਝ ਕੀਤਾ ਹੈ। ਕਿਵੇਂ? ਦੋ ਗੱਲਾਂ ਨੇ, ਇੱਕ ਗਿਆਨ ਹੈ, ਇੱਕ ਅਗਿਆਨ ਹੈ। ਜਿਹੜੀ ਚੀਜ਼ ਤਾਂ ਗਿਆਨ ਦੇ ਵੱਸ ਹੋ ਕੇ ਕੀਤੀ ਜਾਂਦੀ ਹੈ ਉਹ ਕਬੂਲ ਹੁੰਦੀ ਹੈ, ਉਹ ਪੁੰਨ ਬਣ ਜਾਂਦੀ ਹੈ, ਉਹ ਬੰਦੇ ਦੇ ਲਈ ਰਾਹ ਖੋਲ ਦਿੰਦੀ ਹੈ। ਕਿਵੇਂ? ਗਿਆਨ ਦੇ ਅਧੀਨ ਹੋ ਕੇ ਕੋਈ ਬੰਦਾ ਪੁੰਨਦਾਨ ਕਰ ਰਿਹਾ,
ਗਿਆਨ ਦੇ ਅਧੀਨ ਹੋ ਕੇ ਕੋਈ ਪੁੰਨਦਾਨ ਕਰ ਰਿਹਾ, ਕੋਈ ਕਿਸੇ ਨੂੰ ਕੁਝ ਦੇ ਰਿਹਾ, ਪਰ ਉਹਦੀ ਮਨ ਬਿਰਤੀ ਗਿਆਨ ਦੇ ਅਧੀਨ ਆ। ਉਹ ਕਿਸੇ ਨੂੰ ਦਿੰਦਾ ਹੋਇਆ ਵੀ ਕੀ ਕਹਿੰਦਾ, ਹਉ ਮੈਂ ਕਹੇ ਨਾ ਕੋਏ। ਉਹ ਕਿਸੇ ਨੂੰ ਦੇ ਕੇ ਕਿਸੇ ਅੱਗੋਂ ਉਹਨੂੰ ਜਤਾਉਂਦਾ, ਕਹਿੰਦਾ ਭਾਈ ਸਾਹਿਬ ਆਪ ਜੀ ਨੇ ਬੜੀ ਕਿਰਪਾ ਕੀਤੀ, ਮੈਨੂੰ ਇਸ ਚੀਜ਼ ਦੀ ਲੋੜ ਸੀ ਤੇ ਇਸ ਵੇਲੇ ਆਪ ਜੀ ਨੇ ਮੈਨੂੰ ਦਾਤ ਦਿੱਤੀ। ਤੂੰ ਬੜੇ ਪਿਆਰ ਨਾਲ ਅੱਗੋਂ ਜਵਾਬ ਦਿੰਦਾ, ਕਹਿੰਦਾ ਭਾਈ ਸਾਹਿਬ ਇਹ ਮੈਂ ਦੇਣ ਜੋਗਾ ਨਹੀਂ, ਗਿਆਨ ਦੇ ਵਸਿਆ। ਕਹਿੰਦਾ ਮੈਂ ਦੇਣ ਜੋਗਾ ਨਹੀਂ, ਮੇਰੇ ਵੱਸ 'ਚ ਨਹੀਂ ਹੈ, ਤਾਂ ਮਾਲਕ ਨੇ ਬਖਸ਼ਿਸ਼ ਕੀਤੀ, ਆਪ ਦੀ ਚੀਜ਼ ਪਈ ਸੀ ਤੇ ਮੈਂ ਆਪ ਜੀ ਤੱਕ ਪਹੁੰਚਾਤੀ ਹੈ, ਮੇਰੇ ਵੱਸ 'ਚ ਨਹੀਂ ਆ। ਹਉ ਮੈਂ ਕਹੇ ਨਾ ਕੋਈ, ਹਉ ਮੈਂ ਨਹੀਂ ਕੋਈ ਕਹਿਦਾ ਕਿ ਮੈਂ ਕੀਤਾ, ਮੈਂ ਤੈਨੂੰ ਦੇਣ ਜੋਗਾ ਹੋਇਆ। ਇਹ ਗਿਆਨ ਦੀ ਬਿਰਤੀ ਹੈ। ਇਹਦਾ ਮਤਲਬ ਜਿੰਨੇ ਗੁਰਬਾਣੀ ਪੜ੍ਹੀ ਹੈ ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਦੀ ਬਿਰਤੀ ਗਿਆਨ ਦੇ ਅਧੀਨ ਚਲੀ ਗਈ ਹੈ, ਗੁਰੂ ਦੇ ਉਪਦੇਸ਼ ਦੇ ਅਧੀਨ ਚਲੀ ਗਈ ਹੈ, ਗੁਰੂ ਦੇ ਚਰਨਾਂ ਨਾਲ ਜੁੜ ਗਈ ਹੈ ਅੰਦਰੋਂ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਈ ਹੈ ਤੇ ਉਹਦੇ ਅੰਦਰ ਦੀ ਬਿਰਤੀ ਬਣ ਜਾਂਦੀ ਹੈ, ਹਉ ਮੈਂ ਕਹੇ ਨਾ ਕੋਈ। ਕਹਿੰਦਾ ਫਿਰ ਨਹੀਂ ਕਹਿੰਦਾ ਕਿ ਮੈਂ ਕਰਨ ਜੋਗਾ ਜਾਂ ਮੈਂ ਤੈਨੂੰ ਕੁਝ ਦੇਣ ਜੋਗਾ ਜਾਂ ਮੈਂ ਤੇਰੇ ਤੱਕ ਕੁਝ ਪਹੁੰਚਾ ਸਕਦਾ। ਇਹ ਕਹਿੰਦੇ ਉਹਦਾ ਪੁੰਨ ਬਣ ਜਾਂਦਾ ਹੈ। ਪੁੰਨ ਦਾ ਭਾਵ ਦਾ ਇੱਕ ਐਸਾ ਚੰਗਾ ਕਰਮ ਬਣ ਜਾਂਦਾ, ਇਸ ਚੰਗੇ ਕਰਮ ਦੇ ਕਰਕੇ ਉਹਦੀ ਸੁਰਤ ਸ਼ਬਦ ਦਾ ਮਿਲਾਪ ਜਿਹੜਾ ਉਹ ਸੌਖਾ ਹੋ ਜਾਂਦਾ। ਠੀਕ ਹੈ, ਮਨ ਬਿਰਤੀ ਬਣ ਜਾਂਦੀ, ਟਿਕ ਜਾਂਦੀ ਹੈ। ਪਰ ਇੱਕ ਅਗਿਆਨ ਦੇ ਵਸ ਹੈ, ਅਗਿਆਨਤਾ ਦੇ ਵਸ ਹੈ, ਅੰਦਰ ਗਿਆਨ ਨਹੀਂ ਹੈ, ਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਨਹੀਂ ਹੈ, ਭਾਵੇਂ ਗੁਰਬਾਣੀ ਪੜ੍ਹਦਾ, ਭਾਵੇਂ ਉਹ ਗੁਰੂ ਦੇ ਲੜ ਲੱਗਾ ਹੈ, ਪਰ ਅੰਦਰ ਅਜੇ ਅਗਿਆਨਤਾ ਹੈ। ਠੀਕ ਹੈ, ਤੇ ਅਗਿਆਨਤਾ ਦੇ ਵਸ ਹੋ ਕੇ ਨਾ ਉਹ ਕਿਸੇ ਨੂੰ ਕੁਝ ਦੇਣ ਚਲਾ ਗਿਆ। ਅੱਗੋਂ ਵਿਚਾਰੇ ਨੇ ਬੜਾ ਸ਼ੁਕਰਾਨਾ ਕੀਤਾ, ਕਹਿੰਦਾ ਭਾਈ ਸਾਹਿਬ ਬੜੀ ਕਿਰਪਾ ਕੀਤੀ ਆਪ ਜੀ ਨੇ, ਮੈਨੂੰ ਇਹ ਦਾਤ ਦਿੱਤੀ ਹੈ, ਮੈਨੂੰ ਇਹਦੀ ਲੋੜ ਸੀ ਕਿ ਆਪ ਜੀ ਨੇ ਕਿਰਪਾ ਕਰ ਦਿੱਤੀ। ਤੋ ਅੱਗੋਂ ਦੱਸਣ ਲੱਗਦਾ, ਕਹਿੰਦਾ ਭਾਈ ਸਾਹਿਬ ਮੈਨੂੰ ਪਤਾ ਮੈਂ ਕਿੱਡੀ ਮਿਹਨਤ ਕਰਕੇ ਲੈ ਕੇ ਆਇਆ। ਗੁਰੂ ਪਿਆਰਿਓ, ਕਈ ਸੱਜਣ ਜਾ ਕੇ ਕਹਿਣਗੇ ਕਿ ਮੈਂ ਅੱਜ ਬੱਚਿਆਂ ਨੂੰ ਕਿਹਾ ਕਿ ਆਪ ਜੀ 2 ਟਾਈਮ ਰੋਟੀ ਖਾ ਲਿਓ, 1 ਟਾਈਮ ਦੀ ਰੋਟੀ ਆਪਾਂ ਨਹੀਂ ਖਾਣੀ, ਕਿਸੇ ਨੂੰ ਦੇ ਕੇ ਆਈਏ। ਗੁਰੂ ਪਿਆਰਿਓ, ਜੇ ਕਿਸੇ ਨੇ ਜਾ ਕੇ ਦੱਸ ਹੀ ਦਿੱਤਾ ਕਿ ਮੈਂ 2 ਟਾਈਮ ਦੀ ਰੋਟੀ ਬੱਚਿਆਂ ਨੂੰ ਖਵਾਈ ਤੇ 1 ਟਾਈਮ ਦੀ ਮੈਂ ਤੈਨੂੰ ਦੇਤੀ, ਅਗਿਆਨਤਾ ਆ। ਅਗਿਆਨਤਾ ਆ। ਜਿਹੜਾ ਬੰਦਾ ਅਗਿਆਨਤਾ ਦੇ ਵਸ ਹੈ, ਤੇ ਕਬੀਰ ਸਾਹਿਬਾਨ ਨੇ ਕਿਹਾ, ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਕਹਿੰਦਾ ਬੇਸ਼ੱਕ ਉਹ ਮੱਥੇ ਤੇ ਤਿਲਕ ਲਾ ਕੇ ਫਿਰਦਾ ਹੋਵੇ, ਕਹਿੰਦਾ ਭਾਵ ਕਿ ਉਸਨੇ ਬਾਹਰੋਂ ਧਾਰਮਿਕ ਚਿੰਨ੍ਹ ਰੱਖਿਆ ਹੋਵੇ। ਮੱਥੇ ਤੇ ਤਿਲਕ ਹੀ ਧਾਰਮਿਕ ਚਿੰਨ੍ਹ ਹੈ। ਕਹਿੰਦੇ ਭਾਵੇਂ ਧਾਰਮਿਕ ਚਿੰਨ੍ਹ ਉਹਦੇ ਮੱਥੇ ਤੇ ਹੈ ਤੇ ਹੱਥ ਮਾਲਾ, ਉਹਨੇ ਮਾਲਾ ਫੜੀ ਹੋਈ ਆ, ਉਹ ਵੀ ਇੱਕ ਧਾਰਮਿਕ ਚਿੰਨ੍ਹ ਹੈ, ਤੇ ਬਾਣਾ ਪਾਇਆ ਉਹ ਵੀ ਇੱਕ ਧਾਰਮਿਕ ਚਿੰਨ੍ਹ ਹੈ। ਕਹਿੰਦੇ 3 ਬੰਦਿਆਂ ਨੇ 3 ਚੀਜ਼ਾਂ ਵੱਖੋ ਵੱਖਰੀਆਂ ਪਾਈਆਂ, ਧਾਰਮਿਕ ਚਿੰਨ੍ਹ ਉਹਨਾਂ ਦੇ ਕੋਲ ਆ, ਪਰ ਮਨ ਬਿਰਤੀ ਅਗਿਆਨਤਾ ਦੇ ਅਧੀਨ ਹੈ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਪਰਮਾਤਮਾ ਦੀ ਖੋਜ ਨਹੀਂ ਕਰ ਸਕਦੇ। ਠੀਕ ਹੈ, ਕਿਉਂ? ਕਿਉਂਕਿ ਬਾਹਰੀ ਤੇ ਧਾਰਮਿਕ ਚਿੰਨ੍ਹ ਉਹਨਾਂ ਦੇ ਕੋਲ ਹੈ, ਪਰ ਅੰਦਰੂਨੀ ਅਜੇ ਅਗਿਆਨਤਾ ਆ। ਕਹਿੰਦਾ ਆਪਾਂ ਉਹਨਾਂ ਅੰਦਰ ਹੈ ਕਿ ਮੈਂ ਕੁਝ ਕਰ ਸਕਦਾ, ਮੈਂ ਕਿਸੇ ਲਈ ਕੁਝ ਕਰ ਸਕਦਾ। ਬੜੇ ਸੱਜਣ ਆਪ ਜੀ ਨੂੰ ਸਿਖਾਉਣਗੇ, ਕਹਿੰਦੇ ਕਿਸੇ ਲਈ ਕੁਝ ਕਰ ਸਕੀਏ, ਇਹ ਵੀ ਕਿਰਪਾ ਆ। ਜਿੱਦਣ ਤੁਹਾਡੀ ਮਨ ਬਿਰਤੀ ਬਣ ਗਈ ਕਿ ਅਸੀਂ ਕਿਸੇ ਲਈ ਕੁਝ ਨਹੀਂ ਕਰ ਸਕਦੇ, ਪਰਮਾਤਮਾ ਜਿਹਦੇ ਲਈ ਕਰਾਉਣਾ ਉਹ ਕਰਵਾ ਲਵੇ, ਉਹਦੀ ਤਾਕਤ ਹੈ। ਔਖਾ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਹੁਣ ਇੱਦਾਂ ਕਰੋ, ਇੱਕ ਗਿਆਨ ਹੈ, ਇੱਕ ਅਗਿਆਨਤਾ ਹੈ। ਹੁਣ ਗਿਆਨ ਦੇ ਵਸ ਕਿਵੇਂ ਹੋਈਏ? ਬਾਣਾ ਦੇ ਆਪਾਂ ਪਾ ਲਿਆ, ਗਿਆਨ ਦੇ ਵਸ ਕਿਵੇਂ ਹੋਈਏ? ਅਗਿਆਨਤਾ ਦੇ ਵਸ ਅਸੀਂ ਪਾ ਕੇ। ਕਹਿੰਦੇ ਗਿਆਨ ਦੇ ਵਸ ਕਿਵੇਂ ਹੋਈਏ? ਗਿਆਨ ਦੇ ਵਸ ਤਾਂ ਹੋ ਸਕਦੇ, ਕੋਈ ਪ੍ਰਾਣੀ ਕਿਤੇ ਮੰਜ਼ਿਲ ਤੇ ਜਾਣਾ ਚਾਹੁੰਦਾ ਹੈ, ਕੋਈ ਪ੍ਰਾਣੀ ਕਿਸੇ ਮੰਜ਼ਿਲ ਤੇ ਜਾਣਾ ਚਾਹੁੰਦਾ ਹੈ, ਤੇ ਧਿਆਨ ਦਿਓ, ਪਹਿਲਾ ਰਸਤਾ ਵੇਖਣ ਤੇ ਨਹੀਂ ਜਾਊਗਾ। ਕਦੀ ਹੋਇਆ ਪਹਿਲਾਂ ਰਸਤਾ ਵੇਖਣ ਜਾਵੇ ਤੇ ਫਿਰ ਜਾ ਕੇ ਚੱਲੇ? ਜੀ ਨਹੀਂ। ਗੱਲ ਸੱਚ ਹੈ, ਜੇ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਤੇ ਪਹਿਲਾਂ ਤੈਨੂੰ ਰਾਹ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪਹਿਲਾਂ ਰਾਹ ਵੇਖ ਤੇ ਲੈ, ਫਿਰ ਚੱਲ ਬਈ। ਤੂੰ ਤਾਂ ਰਾਹ ਵੇਖਿਆ ਹੀ ਨਹੀਂ, ਰਾਹ ਦੀ ਜਾਣਕਾਰੀ ਤੈਨੂੰ ਨਹੀਂ, ਤੁਰ ਪਿਆ। ਤੇ ਧਿਆਨ ਦੇਣਾ, ਜਿਸ ਬੰਦੇ ਨੂੰ ਰਾਹ ਦੀ ਜਾਣਕਾਰੀ ਨਹੀਂ ਹੈ, ਮੈਂ ਫਲਾਣੇ ਥਾਂ ਤੇ ਜਾਣਾ ਕਿੱਧਰ ਦੀ ਹੈ, ਉਹਦੀ ਖੱਜਲ ਖੁਆਰੀ ਤਾਂ ਜ਼ਰੂਰ ਹੋਏਗੀ, ਪਰ ਮੰਜ਼ਿਲ ਤੇ ਨਹੀਂ ਪਹੁੰਚੇਗਾ। ਜੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਪਹਿਲਾਂ ਗਿਆਨ ਦੇ ਵਸ ਹੋ ਕਿ ਗੁਰੂ ਕੋਲੋਂ ਜਾਣਕਾਰੀ ਹਾਸਲ ਕਰ, ਜਾਣਕਾਰੀ ਲੈ ਕਿ ਮੈਂ ਉਸ ਪਰਮਾਤਮਾ ਤੱਕ ਪਹੁੰਚਣਾ, ਮੈਂ ਉਸ ਪਰਮਾਤਮਾ ਤੱਕ ਪਹੁੰਚਣਾ, ਮੈਂ ਉਸ ਸ਼ਬਦ ਤੱਕ ਪਹੁੰਚਣਾ। ਆਪ ਜੀ ਕਿਰਪਾ ਕਰੋ, ਮੈਨੂੰ ਪਹਿਲਾਂ ਜਾਣਕਾਰੀ ਦਿਓ।
ਕਿਉਂਕਿ ਪਹਿਲਾਂ ਆਪਾਂ ਕਦੀ ਵੀ ਵੇਖਿਓ ਕਿਸੇ ਵੇਲੇ ਅਸੀਂ ਮਾਂ ਬਾਪ ਆ, ਬੱਚੇ ਨੂੰ ਕਹੀਏ ਪੁੱਤਰ ਫਲਾਣੀ ਥਾਂ ਤੋਂ ਫਲਾਣੀ ਚੀਜ਼ ਲੈ ਆ, ਵੇਖਿਆ ਵੀ ਇਹ ਕਦੀ ਗਿਆ ਤੇ ਹੈ ਨਹੀਂ ਉੱਥੇ, ਤੇ ਅਸੀਂ ਉਹਨੂੰ ਸਮਝਾਉਣ ਲੱਗ ਪੈਂਦੇ ਹਾਂ, ਬੇਟੇ ਇੱਦਾਂ ਕਰੀ, ਪਹਿਲਾਂ ਫਲਾਣੀ ਥਾਂ ਚਲਾ ਜਾਈਂ, ਉੱਥੋਂ ਸੱਜੇ ਪਾਸੇ ਮੁੜ ਜਾਈਂ, ਫਲਾਣੀ ਥਾਂ ਤੇ ਪਹੁੰਚ ਜਾਈਂ, ਉੱਥੋਂ ਇੰਨੇ ਕਿਲੋਮੀਟਰ ਇੰਨੀ ਥਾਂ ਪਹੁੰਚ ਜਾਈਂ, ਉਹਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਤਾਂ ਕਿ ਜਾ ਕੇ ਚੀਜ਼ ਲੈ ਆ, ਉੱਥੇ ਪਹੁੰਚ ਜਾਵੇਂ। ਇੱਦਾਂ ਹੀ ਪਹਿਲਾਂ ਗੁਰੂ ਕੋਲੋਂ ਜਾਣਕਾਰੀ ਲੈਣੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਅਕਲੀ ਸਾਹਿਬ ਸੇਵੀਏ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ। ਕਹਿੰਦੇ ਅਕਲੀ ਸਾਹਿਬ ਸੇਵੀਏ, ਅਕਲੀ, ਅਕਲੀ ਦਾ ਭਾਵ ਕੀ ਹੈ ਕਿ ਸੋਝੀ ਤੇਰੇ ਕੋਲ ਹੈ। ਧਿਆਨ ਦੇਣਾ, 84 ਲੱਖ ਜੂਨ ਹੈ, ਨਾਮ ਦਾ ਸਾਰਿਆਂ ਅੰਦਰ ਹੀ ਵਸ ਹੈ, ਸ਼ਬਦ ਦਾ ਸਾਰਿਆਂ ਅੰਦਰ ਹੀ ਵਸ ਹੈ। ਵਿਚਾਰ ਕਰਨਾ ਜਰਾ, ਨਾਮ ਕੇ ਤਾਰੇ ਸਗਲੇ ਜਾਂਦੇ, ਇਹਦਾ ਮਨ ਨਾਮ ਦਾ ਸਾਰਿਆਂ ਅੰਦਰ ਵਸਾ ਹੈ, ਉਸ ਪ੍ਰਕਾਸ਼ ਦਾ ਸਾਰਿਆਂ ਅੰਦਰ ਵਸਾ ਹੈ, ਪਰਮਾਤਮਾ ਦਾ ਸਾਰਿਆਂ ਅੰਦਰ ਵਸਾ ਹੈ। ਘਟ ਘਟ ਮੈਂ ਹਰਜੂ ਵਸੇ ਸੰਤਨ ਕਿ ਉਪਕਾਰ, ਪਰਮਾਤਮਾ ਸਾਰਿਆਂ ਅੰਦਰ ਵਸਾ ਹੈ, ਸਭ ਥਾਂ ਬੈਠੇ ਨੇ, ਬਿਰਾਜਮਾਨ ਨੇ, ਆਪ ਹੀ ਚਲਾਉਣ ਡਏ ਨੇ। ਬਸ ਲਿਖੇ ਜਾਵਾਂ 84 ਲੱਖ ਜੂਨ ਦੇ ਵਿੱਚੋਂ ਉਸ ਪਰਮਾਤਮਾ ਤੱਕ ਪਹੁੰਚਣ ਦੀ ਅਕਲ, ਉਸ ਪਰਮਾਤਮਾ ਨੂੰ ਖੋਜਣ ਦੀ ਅਕਲ, ਸੋਝੀ ਕੇਵਲ ਮਨੁੱਖ ਕੋਲ ਹੈ, ਕੇਵਲ ਮਨੁੱਖ ਕੋਲ ਹੈ। ਇਹ ਗੁਰੂ ਸਾਹਿਬਾਨ ਨੇ ਬਾਣੀ 'ਚ ਲਿਖਿਆ, ਕਹਿਣ ਲੱਗੇ ਲੱਖ 84 ਜੂਨ ਸੁਬਾਈ, ਮਾਨਸ ਕਹੋ ਪ੍ਰਭ ਦੀ ਵਡਿਆਈ। ਜੇ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ, ਪਰ ਸਦਕੇ ਜਾਵਾਂ ਵਡਿਆਈ ਦਾ ਭਾਵ ਕੀ ਹੈ ਕਿ ਕੇਵਲ ਤਾਂ ਕੇਵਲ ਮਤ ਜਿਹੜੀ ਹੈ, ਉਸ ਪਰਮਾਤਮਾ ਤੱਕ ਪਹੁੰਚਣ ਦੀ ਤਾਕਤ ਜਿਹੜੀ ਹੈ, ਉਹ ਮਾਨਸ ਕੋਲ ਹੈ। ਮਾਨਸ ਜਨਮ 84 ਲੱਖ ਜੂਨ ਦੇ ਅੰਦਰ ਸ਼੍ਰੋਮਣੀ ਹੈ, ਸਭ ਤੋਂ ਉੱਚਾ ਹੈ। ਕਿਸ ਤਰ੍ਹਾਂ ਉੱਚਾ ਹੈ? ਅੱਗੇ ਗੁਰੂ ਸਾਹਿਬਾਂ ਨੇ ਦੱਸਿਆ, ਕਹਿੰਦਾ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏਗਾ। ਇਸ ਪੌੜੀ ਤੇ, ਹੁਣ ਪੌੜੀ ਦਾ ਭਾਵ ਡੰਡੇ। ਹੁਣ ਆਪਾਂ ਜਦੋਂ ਛੱਤ ਤੇ ਚੜ੍ਹਦੇ ਹਾਂ, ਇੱਕ ਇੱਕ ਡੰਡਾ ਆਪਾਂ ਗਾਂ ਵੱਧਦੇ ਜਾਂਦੇ ਹਾਂ ਤੇ ਆਪਾਂ ਛੱਤ ਦੇ ਲਾਗੇ ਹੋ ਜਾਂਦੇ ਹਾਂ। ਆਖਰੀ ਡੰਡੇ ਤੇ ਪੈਰ ਧਰਿਆ ਹੋਵੇ ਤੇ ਬੜਾ ਮਨ 'ਚ ਚਾਅ ਚੜ੍ਹਦਾ ਵੀ ਅਸੀਂ ਪੌੜੀ ਚੜ੍ਹ ਆਏ ਹਾਂ, ਆਖਰੀ ਡੰਡੇ ਤੇ ਛੱਤ ਤੇ ਚੜ੍ਹ ਜਾਣਾ, ਹੁਣ ਅਸੀਂ ਪਹੁੰਚ ਗਏ ਅਸੀਂ ਛੱਤ ਤੇ। ਹੁਣ ਆਖਰੀ ਡੰਡਾ ਜਿਹੜਾ ਛੱਤ ਨਾਲ ਟੱਚ ਆ, ਤੇ ਗੁਰੂ ਜੀ ਕਹਿਣ ਲੱਗੇ ਮਨੁੱਖ ਜਨਮ ਉਸ ਪੌੜੀ ਦਾ 84 ਲੱਖ ਪੌੜੀ ਦਾ ਆਖਰੀ ਡੰਡਾ ਹੈ, ਜਿਹੜਾ ਪਰਮਾਤਮਾ ਦੇ ਨਜ਼ਦੀਕ ਹੈ। ਇਸ ਤੋਂ ਹੋਰ ਕੋਈ ਜਨਮ ਇਹਨਾਂ ਨਜ਼ਦੀਕ ਨਹੀਂ ਹੈ। ਸਭ ਤੋਂ ਜ਼ਿਆਦਾ ਨਜ਼ਦੀਕ ਮਨੁੱਖ ਦਾ ਜਨਮ ਹੈ। ਹੁਣ ਇਸ ਸਰੀਰ ਵਿੱਚ ਬੈਠਾ ਹੈ ਮਨ, ਪਰਮਾਤਮਾ ਦੇ ਨਜ਼ਦੀਕ ਹੈ। ਤੇ ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਇੰਨਾ ਨਜ਼ਦੀਕ ਹੈ ਤੂੰ, ਇਹਦਾ ਮਤਲਬ ਤੂੰ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਉੱਚਾ ਆ। ਤੇ ਧਿਆਨ ਦਿਓ, ਜਿਹੜਾ ਛੱਤ ਲਾਗੇ ਪਹੁੰਚ ਗਿਆ ਹੋਵੇ, ਉਹਨੇ ਮਿਹਨਤ ਕੀਤੀ ਹੋਵੇਗੀ। ਤੇ ਅੱਗੇ ਆਪਾਂ ਕੀ ਕਹਿੰਦੇ, ਹੁਣ ਛੱਤ ਤੇ ਕੀ ਰੱਖਿਆ ਹੈ, ਇਹ ਦਿਸਣ ਲੱਗ ਪੈਣਾ, ਇਹਦੇ ਕੋਲ ਅਕਲ ਹੈਗੀ ਹੈ, ਇਹਦੇ ਕੋਲ ਮਤ ਹੈਗੀ। ਤੇ ਗੁਰੂ ਸਾਹਿਬਾਨ ਕਹਿੰਦੇ ਅਕਲੀ ਸਾਹਿਬ ਸੇਵੀਏ। ਕਹਿੰਦੇ ਉਹ ਭਾਈ ਗੱਲ ਸੁਣ, ਅਗਰ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਅਰਾਧਨਾ ਕਰਨੀ ਹੈ, ਤੇ ਸਭ ਤੋਂ ਪਹਿਲਾਂ ਮਤ ਤੇਰੇ ਕੋਲ ਆ, ਤੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਨਾ, ਤੇ ਗੁਰੂ ਕੋਲੋਂ ਸੋਝੀ ਲੈ ਲਾ, ਅਕਲੀ। ਕਹਿੰਦਾ ਆਪਾਂ ਅਕਲ ਲੈ ਲਾ, ਮਤ ਲੈ ਲਾ, ਸੋਝੀ ਲੈ ਲਾ, ਫਿਰ ਉਸ ਪਰਮਾਤਮਾ ਦਾ ਸਿਮਰਨ ਕਰੀ। ਜੇ ਤੂੰ ਮਤ ਹੀ ਨਹੀਂ ਲਈ, ਜਿਹੜਾ ਆਪਾਂ ਹੌਲੀ ਜੀ ਕਹਿ ਦਿੰਦੇ, ਬੜੇ ਸੱਜਣ ਕਿ ਮਿਲਦੇ ਨੇ, ਆਪ ਜੀ ਨੂੰ ਵੀ ਮਿਲਦੇ ਹੋਣਗੇ, ਉਹ ਕਿਸੇ ਗੁਰੂ ਦੀ ਲੋੜ ਨਹੀਂ ਹੈ ਯਾਰ, ਐਵੇਂ ਪਖੰਡ ਬੜਿਆ। ਉਹ ਗੁਰੂ ਪਿਆਰਿਓ ਗੱਲ ਪੱਲੇ ਬੰਨਿਓ, ਜਿੰਨਾ ਚਿਰ ਜਿਹੜਾ ਮੰਜ਼ਿਲ ਤੇ ਪਹੁੰਚਿਆ ਔਰ ਉਸ ਮੰਜ਼ਿਲ ਤੋਂ ਜਾ ਕੇ ਵਾਪਸ ਸੰਸਾਰ ਵਿੱਚ ਆਇਆ, ਉਹ ਸਾਨੂੰ ਕੋਈ ਰਾਹ ਵਿਖਾ ਸਕਦਾ ਹੈ। ਤੇ ਜਿੰਨਾ ਚਿਰ ਅਸੀਂ ਕਿਸੇ ਕੋਲੋਂ ਰਾਹ ਦੀ ਜਾਣਕਾਰੀ ਨਹੀਂ ਲਵਾਂਗੇ ਤੇ ਭਟਕਦੇ ਰਵਾਂਗੇ, ਅਸੀਂ ਮੰਜ਼ਿਲ ਤੇ ਨਹੀਂ ਪਹੁੰਚਾਂਗੇ। ਸਾਨੂੰ ਲੋੜ ਹੈ। ਤੇ ਗੁਰੂ ਸਾਹਿਬ ਅਕਲੀ ਸਾਹਿਬ ਸੇਵੀਏ, ਕਹਿੰਦਾ ਭਾਵ ਕਿ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚੋਂ ਅਕਲ ਲੈ, ਮਤ ਲੈ, ਸੋਝੀ ਲੈ, ਫਿਰ ਪਰਮਾਤਮਾ ਦਾ ਸਿਮਰਨ ਕਰ। ਅਕਲੀ ਪਈਏ ਮਾਣ। ਕਹਿੰਦਾ ਜੇ ਤੇ ਤੈਨੂੰ ਅਕਲ ਹੈਗੀ ਹੈ, ਜੇ ਤੈਨੂੰ ਸੋਝੀ ਹੈਗੀ ਹੈ ਇਸ ਮਾਰਗ ਦੀ, ਤੇ ਤੈਨੂੰ ਕਿਤੇ ਮਾਣ ਪ੍ਰਾਪਤ ਹੋ ਸਕਦਾ ਹੈ। ਤੇ ਜੇ ਤੈਨੂੰ ਅਕਲ ਹੀ ਹੈ ਨਹੀਂ, ਸੋਝੀ ਹੈ ਨਹੀਂ, ਮਤ ਹੀ ਹੈ ਨਹੀਂ ਤੇਰੇ ਕੋਲ, ਬੇਸ਼ੱਕ ਤੂੰ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜ਼ਿੰਦਗੀ ਗੱਲ ਪੱਲੇ ਬੰਨ੍ਹੋ। ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ, ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਆਪਾਂ ਇੱਕ ਸਵਾਲ ਖੜਾ ਕਰਦੇ ਹਾਂ, ਭਾਈ ਸਾਹਿਬ ਤੁਸੀਂ ਗੁਰੂ ਦੇ ਲੜ ਲੱਗੇ ਹੋ? ਇੱਕ ਸਵਾਲ ਖੜਾ ਕਰਦੇ ਹਾਂ, ਠੀਕ ਹੈ। ਕਹਿੰਦਾ ਭਾਵ ਕਿ ਬੇਸ਼ੱਕ ਉਹ ਬੰਦਾ ਸਵੇਰੇ ਸ਼ਾਮ ਗੁਰੂ ਘਰ ਜਾਂਦਾ ਹੋਵੇ, ਮੰਦਰ ਜਾਂਦਾ ਹੋਵੇ, ਮਸਜਿਦ ਜਾਂਦਾ ਹੋਵੇ, ਚਰਚ ਜਾਂਦਾ ਹੋਵੇ, ਪਰ ਫਿਰ ਵੀ ਇੱਕ ਸਵਾਲ ਦੂਜਾ ਬੰਦਾ ਪੁੱਛਦਾ, ਜਿਹੜਾ ਲੜ ਲੱਗਾ ਹੈ, ਕਹਿੰਦਾ ਜੀ ਆਪ ਜੀ ਗੁਰੂ ਦੇ ਲੜ ਲੱਗੇ ਹੋ?
ਉਹ ਕਹਿੰਦਾ ਮੈਂ ਸਵੇਰੇ ਸ਼ਾਮ ਮੰਦਿਰ 'ਚ ਆਉਂਦਾ, ਗੁਰਦੁਆਰੇ ਆਉਂਦਾ। ਕਹਿੰਦਾ ਜੀ ਸਦਕੇ ਆਉਂਦੇ ਹੋ, ਪਰ ਗੁਰੂ ਦੇ ਲੜ ਲੱਗੇ ਹੋ। ਇਹਦਾ ਮਤਲਬ ਤੁਹਾਡਾ ਮਨ ਜਿਹੜਾ ਹੈ ਉਹਨੂੰ ਮਾਣ ਦੇਣ ਲਈ ਤਿਆਰ ਨਹੀਂ ਹੈ, ਕਿਉਂਕਿ ਤੁਹਾਡੇ ਮਨ 'ਚ ਆ ਗਿਆ ਵੀ ਇਹ ਗੁਰੂ ਦੇ ਲੜ ਨਹੀਂ ਲੱਗਾ। ਇਹਦਾ ਮਤਲਬ ਗੁਰੂ ਸਾਹਿਬ ਅਕਲੀ ਸਾਹਿਬ ਸੇਵੀਏ, ਅਕਲੀ ਪਈਏ ਮਾਨ, ਅਕਲੀ ਪੜ੍ਹ ਕੇ ਬੂਝੀਏ। ਦੇਖੋ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੈ ਦਾਨ। ਵਿਚਾਰ ਕਰਨਾ ਦਾ ਇੱਥੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਅਕਲੀ ਪੜ੍ਹ ਕੇ ਬੂਝੀਏ। ਕਹਿੰਦੇ ਮਤ ਦੇ ਨਾਲ, ਆਪਣੀ ਮਤ ਦੇ ਨਾਲ ਜਿਹੜੀ ਸਾਡੇ ਕੋਲ ਸੋਝੀ ਹੈ, ਉਹ ਅਕਲ ਗੁਰੂ ਚਰਨਾਂ ਵਿੱਚ ਭੇਟ ਕਰਕੇ, ਗੁਰੂ ਦੀ ਮਤ ਲੈ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਅਕਲੀ ਪੜ੍ਹ ਕੇ ਬੂਝੀਏ। ਕਹਿੰਦੇ ਫਿਰ ਜਿਹੜਾ ਸਾਨੂੰ ਗੁਰੂ ਨੇ ਦਾਤ ਦਿੱਤੀ ਹੈ, ਸਾਨੂੰ ਉਪਦੇਸ਼ ਦਿੱਤਾ ਹੈ, ਕਹਿੰਦੇ ਉਹਨੂੰ ਪੜ੍ਹੀਏ। ਅਕਲ ਦੇ ਨਾਲ, ਮਤ ਦੇ ਅਧੀਨ ਹੋ ਕੇ ਉਸ ਉਪਦੇਸ਼ ਨੂੰ ਪੜ੍ਹੀਏ। ਪੜ੍ਹੀਏ ਦਾ ਲਫ਼ਜ਼ ਕਈ ਜਗ੍ਹਾ ਆਉਂਦਾ। ਪੜ੍ਹਨਾ ਦਾ ਭਾਵ ਸੁਣਨਾ ਵੀ ਹੈ ਅਤੇ ਪੜ੍ਹਨਾ ਵੀ ਇੱਕ ਚੀਜ਼ ਹੈ। ਠੀਕ ਹੈ ਬਈ, ਕਿਉਂ? ਕਿਉਂਕਿ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਕੋਈ ਗਾਵੇ ਕੋ ਸੁਣੇ। ਕੋਈ ਇੱਕ ਨੂੰ ਕਹਿੰਦੇ ਤੇ ਕੋ ਕਰੋੜਾਂ ਨੂੰ ਕਹਿੰਦੇ। ਕਹਿੰਦੇ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਕਹਿੰਦੇ ਕੋਈ ਇੱਕ ਪੁਰਾਣੀ ਗਾਉਣ ਵਾਲਾ ਮਿਲ ਜਾਵੇ। ਹੁਣ ਧਿਆਨ ਦੇਣਾ, ਅਗਰ ਕੁਝ ਲੋਕ ਬੈਠੇ ਨੇ, ਕੋਈ ਗ੍ਰੰਥੀ ਸਿੰਘ ਜਾਂ ਕੋਈ 2-4 ਜਣੇ ਕੀਰਤਨ ਕਰਨ ਵਾਲੇ ਨੇ, ਜਾਂ ਕੋਈ ਕਥਾ ਕਰ ਰਿਹਾ ਹੈ, ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਸ ਵੇਲੇ ਵਿਚਾਰ ਕਰਨਾ, ਗੁਰਬਾਣੀ ਨੂੰ ਪੜ੍ਹਨ ਵਾਲਾ ਤੇ ਗੁਰਬਾਣੀ ਨੂੰ ਸੁਣਨ ਵਾਲਾ ਸਾਰੇ ਦੇ ਸਾਰੇ ਇਕੱਠੇ ਇੱਕ ਜਗ੍ਹਾ ਲੈਵਲ 'ਚ ਸ਼ਾਮਲ ਨੇ, ਇੱਕ ਬਿਰਤੀ ਵਿੱਚ ਸ਼ਾਮਲ ਨੇ। ਇਹਦਾ ਮਤਲਬ ਜਿਹੜਾ ਪੜ੍ਹ ਰਿਹਾ ਹੈ, ਜਿਹੜਾ ਸੁਣ ਰਿਹਾ ਹੈ, ਉਹ ਵੀ ਪੜ੍ਹ ਰਿਹਾ ਹੈ, ਜਿਹੜਾ ਪੜ੍ਹ ਰਿਹਾ ਉਹ ਵੀ ਸੁਣ ਰਿਹਾ ਹੈ। ਤੇ ਗੁਰੂ ਸਾਹਿਬ ਅਕਲੀ ਪੜ੍ਹ ਕੇ ਬੁੱਝੀਏ। ਕਹਿੰਦੇ ਅਕਲ ਦੇ ਨਾਲ, ਮਤ ਦੇ ਨਾਲ ਉਸ ਉਪਦੇਸ਼ ਨੂੰ ਪੜ੍ਹ ਕੇ ਸਮਝਣਾ ਕਰੀਏ। ਅਸੀਂ ਸਮਝਣਾ ਨਹੀਂ ਕੀਤਾ। ਸਾਡੀ ਬਿਰਤੀ ਬਣ ਚੁੱਕੀ ਹੈ ਪੜ੍ਹ ਪੜ੍ਹ ਗੱਡੀ ਲੱਦੀ। ਅਸੀਂ ਪੰਡਾ ਮੰਨੀ ਜਾਂਦੇ। ਉਸ ਨੂੰ ਪੜ੍ਹ ਕੇ ਇਹਨੂੰ ਬੁੱਝਣਾ ਹੈ, ਸਮਝਣਾ ਹੈ। ਤੇ ਜਦੋਂ ਸਮਝ ਲਈਏ, ਵਾਹ ਬਈ ਵਾਹ, ਅਕਲੀ ਕੀਚੈ ਦਾਨ। ਕਿਹੜਾ ਦਾਨ? ਇੱਥੇ ਦਾਨ ਜਿਹੜੀ ਚੀਜ਼ ਤੁਹਾਡੇ ਘਰ 'ਚ ਦਾਲ ਪਈ ਹੈ, ਤੁਸੀਂ ਦੇ ਆਏ ਹੋ, ਕਿਸੇ ਨੂੰ ਦਾਨ ਦੀ ਗੱਲ ਨਹੀਂ ਕੀਤੀ। ਤੁਸੀਂ 200-400 ਰੁਪਈਆ ਕਿਸੇ ਨੂੰ ਦੇਤਾ ਹੈ, ਦਾਨ ਦੀ ਗੱਲ ਨਹੀਂ ਕੀਤੀ। ਇੱਥੇ ਪਹਿਲਾਂ ਕਿਹਾ ਪੜ੍ਹ ਕੇ ਤੇ ਬੁੱਝੀਏ, ਸਮਝੀਏ। ਅਕਲੀ ਕੀਚੇ ਦਾਨ। ਕਹਿੰਦੇ ਉਹ ਜਿਹੜੀ ਤੁਹਾਡੇ ਕੋਲ ਅਕਲ ਆਈ ਆ, ਮੱਤ ਆਈ ਹੈ ਨਾ, ਉਹ ਜੇ ਕੋਈ ਤੁਹਾਡੇ ਮਨ ਵਿੱਚ ਆ ਗਿਆ, ਤੁਹਾਡੇ ਕੋਈ ਨਜ਼ਦੀਕ ਆ ਗਿਆ ਰੱਬ ਦਾ ਪਿਆਰਾ, ਕਹਿੰਦੇ ਜੋ ਤੁਸੀਂ ਸੁਣ ਕੇ ਆਏ ਹੋ, ਕਿਸੇ ਹੋਰ ਨੂੰ ਵੀ ਦਾਨ ਦੇ ਦਿਓ, ਕਿਸੇ ਹੋਰ ਨੂੰ ਵੀ ਦਾਨ ਦੇ ਦਿਓ। ਕਹਿੰਦਾ ਭਾਵ ਜੇ ਅਕਲ ਤੁਹਾਡੇ ਕੋਲ ਜਿਹੜੀ ਅਕਲ ਆਈ, ਉਹ ਅਕਲ ਕਿਸੇ ਹੋਰ ਨੂੰ ਵੀ ਦੇ ਦਿਓ। ਜਿਹੜੀ ਮੱਤ ਤੁਹਾਨੂੰ ਗੁਰੂ ਚਰਨਾਂ 'ਚੋਂ ਮਿਲੀ, ਉਹ ਮੱਤ ਕਿਸੇ ਹੋਰ ਦੀ ਝੋਲੀ 'ਚ ਵੀ ਪਾ ਦਿਓ। ਇਹਨੂੰ ਕਹਿੰਦੇ ਅਕਲੀ ਕੀਚੇ ਦਾਨ। ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ। ਦੇਖੋ, ਗਿਆਨ ਦੀ ਗੱਲ ਕਰਦੇ, ਗਿਆਨ ਤੇ ਅਗਿਆਨ ਦੀ ਗੱਲ ਆਪਾਂ ਕਰਦੇ ਪਏ ਹਾਂ। ਹੁਕਮ 'ਚ ਆਇਆ ਆਪਾਂ ਕੋਲ ਤਾਂ ਹੀ ਜਾਣਾ ਹੈ। ਹੁਕਮ ਦੀ ਸੋਝੀ ਸਾਨੂੰ ਤਾਂ ਆਉਣੀ ਹੈ ਜਦੋਂ ਸਾਨੂੰ ਗਿਆਨ ਦੀ ਸੋਝੀ ਆ ਜਾਏਗੀ। ਜੇ ਸਾਡੇ ਕੋਲ ਗਿਆਨ ਨਹੀਂ ਹੈ ਤਾਂ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਸਾਨੂੰ ਕਦੀ ਇਸ ਮਾਰਗ ਦੀ ਸੋਝੀ ਨਹੀਂ ਆਉਣੀ। ਸਭ ਤੋਂ ਪਹਿਲਾਂ ਗਿਆਨ ਹੈ। ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਨੇ, ਪਹਿਲਾ ਵਸਤ ਸਿਆਣ ਕੇ ਤਾਂ ਕੀਚੇ ਵਪਾਰ। ਪਹਿਲਾ ਵਸਤ ਸਿਆਣ ਕੇ ਤਾਂ ਕੀਚੇ ਵਪਾਰ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਦੋਂ ਤੂੰ ਕੋਈ ਵਪਾਰ ਕਰਦਾ, ਵਪਾਰ ਦਾ ਭਾਵ ਕੋਈ ਚੀਜ਼ ਲੈਣ ਲੱਗਦਾ, ਕੁਝ ਦੇਣ ਲੱਗਦਾ, ਨੂੰ ਵਪਾਰ ਕਹਿੰਦੇ ਆ। ਕੁਝ ਲੈਣਾ ਹੈ, ਕੁਝ ਦੇਣਾ, ਇਹਨੂੰ ਵਪਾਰ ਕਹਿੰਦੇ ਆ। ਠੀਕ ਹੈ ਬਈ, ਫਲਾਣਾ ਸੋ ਵਪਾਰੀ ਹੈ। ਠੀਕ ਹੈ, ਇਹਦਾ ਮਤਲਬ ਕੁਝ ਲੈਣ ਆਇਆ, ਖਰੀਦਣ ਆਇਆ, ਤੈਨੂੰ ਫ੍ਰੀ ਤੇ ਮਿਲਣਾ ਨਹੀਂ, ਪੈਸੇ ਦੇਗਾ। ਇਹਦਾ ਮਤਲਬ ਵਪਾਰੀ ਦਾ ਮਤਲਬ ਕੀ ਹੈ? ਕਿਸੇ ਵੇਲੇ ਨਾ ਆਪਾਂ ਲੋਕ ਸੋਚ ਲੈਂਦੇ ਆ ਵੀ ਇਹ ਵਪਾਰੀ ਹੈ ਤੇ ਇਹਨੇ ਹੱਥ 'ਚ ਬਰੀਫਕੇਸ ਫੜਿਆ ਤੇ 'ਚ ਪੈਸੇ ਵਾਵਾ ਹੋਣੇ, ਭਾਵੇਂ ਖਾਲੀ ਹੋਵੇ, ਪਰ ਸਾਡਾ ਦਿਮਾਗ ਸੈੱਟ ਆ। ਕੋਈ ਕਹਿ ਦੇਵੇ ਕਿ ਭਾਈ ਸਾਹਿਬ ਵਪਾਰੀ ਨੇ, ਇੰਨੀ ਗੱਲ ਕਹਿੰਦੇ ਬੜਾ ਅਮੀਰ ਹੋਣਾ, ਬੜਾ ਪੈਸਾ ਹੋਣਾ। ਦੇਖੋ, ਕੋਈ ਵਪਾਰੀ ਹੈ, ਇਹਨੇ ਕੁਝ ਲੈ ਕੇ ਆਉਣਾ ਤੇ ਦੇਣਾ ਵੀ ਇਹਨੇ। ਕਹਿੰਦੇ ਪਹਿਲਾਂ ਵਸਤ ਸਿਆਣ ਕੇ। ਸਿਆਣ ਦਾ ਮਤਲਬ ਪਹਿਚਾਣ ਲੈਣਾ, ਪਰਖ ਲੈਣਾ, ਸਮਝ ਆ ਜਾਣੀ ਕਿਸੇ ਚੀਜ਼ ਦੀ। ਗੁਰੂ ਜੀ ਕਹਿੰਦੇ ਪਹਿਲਾਂ ਵਸਤ ਸਿਆਣ ਕੇ। ਸਮਝਾਉਣ ਲੱਗੇ, ਕਹਿੰਦੇ ਪੁਰਾਣੀ ਇੱਕ ਕੰਮ ਕਰ। ਨਾ ਜੀ, ਕੀ ਦੱਸੋ? ਕਹਿੰਦੇ ਗੁਰੂ ਚਰਨਾਂ ਜਦੋਂ ਜਾਣਾ ਨਾ, ਤੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚੋਂ ਜਿਹੜੀ ਦਾਤ ਲੈਣ ਗਿਆ ਨਾ, ਉਹਦੀ ਜਾਣਕਾਰੀ ਲੈ। ਪਹਿਲਾਂ ਉਹਨੂੰ ਸਿਆਣ ਲੈ, ਉਹਨੂੰ ਪਛਾਣ ਲੈ, ਉਹਦੀ ਜਾਣਕਾਰੀ ਲੈ। ਹੁਣ ਜੇ ਆਪਾਂ ਕਹੀਏ ਠੀਕ ਹੈ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਇੱਦਾਂ ਨਹੀਂ ਹੈਗਾ। ਇਹ ਤਾਂ ਅਸੀਂ ਦਾਤ ਖਰੀਦਣ ਗਏ ਹਾਂ, ਲੈਣ ਗਏ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ।
ਪਰ ਗੁਰੂ ਸਾਹਿਬਾਨ ਕਹਿੰਦੇ ਪਹਿਲਾਂ ਵਸਤ ਸਿਆਣ ਕੇ, ਕਹਿੰਦੇ ਪਹਿਲਾਂ ਤਾਂ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਨੂੰ ਪੜ੍ਹ ਕੇ ਤੇ ਆਪਾਂ ਇਸ ਸ਼ਬਦ ਦੀ ਗੁਰੂ ਚਰਨਾਂ ਚੋਂ ਸੋਝੀ ਲੈਣੀ ਹੈ, ਸੋਝੀ ਲੈਣੀ। ਤਾਂ ਲੋੜ ਪਈ ਇਹ ਕਥਾ ਦੀ, ਕੀਰਤਨ ਦੀ। ਇਹ ਲੋੜ ਤਾਂ ਪਈ ਤਾਂ ਕਿ ਕਥਾ ਦਾ ਭਾਵ ਇਹ ਹੈ ਕਿ ਕਿਸੇ ਚੀਜ਼ ਨੂੰ ਆਸਾਨ ਤਰੀਕੇ ਦੇ ਨਾਲ ਸੰਗਤ ਤੱਕ ਪਹੁੰਚਾਇਆ ਜਾ ਸਕੇ, ਕਿ ਤਾਂ ਕਥਾ ਕੀਤੀ ਜਾਂਦੀ। ਤੇ ਗੁਰੂ ਸਾਹਿਬ ਪਹਿਲਾਂ ਵਸਤ ਸਿਆਣ ਕੇ ਕਹਿੰਦੇ ਪਹਿਲਾਂ ਤਾਂ ਇਸ ਵਸਤੂ ਦੀ, ਇਸ ਚੀਜ਼ ਦੀ, ਜਿਹੜੀ ਚੀਜ਼ ਤੂੰ ਗੁਰੂ ਕੋਲੋਂ ਲੈਣ ਗਿਆ ਨੂੰ ਵਸਤ ਕਹਿ ਰਹੇ, ਕਹਿੰਦੇ ਇਹਦੀ ਜਾਣਕਾਰੀ ਲੈ, ਇਹਨੂੰ ਪਹਿਚਾਣ ਲਾ, ਜਾਣ ਲੈ ਵੀ ਕੀ ਚੀਜ਼, ਇਹਦਾ ਮੁੱਲ ਕੀ ਹੈ। ਹੁਣ ਧਿਆਨ ਦਿਓ, ਆਪਾਂ ਲੋਕ ਤਾਂ ਅੱਜ ਤੱਕ ਕਰਮਕਾਂਡ ਕਰਦੇ ਰਹੇ, ਹਨਾ, ਗੁਰਦੁਆਰੇ ਗਏ, ਸੇਵਾ ਕੀਤੀ, ਮੁੰਡਨ ਕੀਤਾ, ਕਰਮਕਾਂਡ ਕੀਤੇ, ਬੜੇ ਕਰਮਕਾਂਡ ਕੀਤੇ। ਪਰ ਧਿਆਨ ਦੇਣਾ, ਕਰਮਕਾਂਡ ਕਰਦਿਆਂ ਕਰਦਿਆਂ ਸਾਡੀ ਬਿਰਤੀ ਇਸ ਲੈਵਲ 'ਚ ਨਹੀਂ ਗਈ ਵੀ ਇਸ ਕਰਮਕਾਂਡਾਂ ਤੋਂ ਉੱਚਾ ਵੀ ਕੁਝ ਹੈਗਾ। ਸਾਡੀ ਬਿਰਤੀ ਤਾਂ ਗਈ ਨਹੀਂ। ਅੱਜ ਦੀ ਬਿਰਤੀ ਟਿਕੀ ਇੱਥੇ ਰਹੀ ਵੀ ਪਾਠ ਕਰ ਲਿਆ, ਕੰਮ ਨਿਬੜ ਗਿਆ, ਗੁਰਬਾਣੀ ਪੜ੍ਹ ਲਈ, ਕੰਮ ਨਿਬੜ ਗਿਆ, ਗੁਰੂ ਘਰ ਦੀ ਸੇਵਾ ਕਰ ਲਈ, ਕੰਮ ਨਿਬੜ ਗਿਆ। ਕਈ ਐਸੇ ਐਸੇ ਸੱਜਣ ਮਿਲਣਗੇ, ਐਸੇ ਐਸੇ ਸੱਜਣ ਮਿਲਣਗੇ, ਬੜੀ ਸੇਵਾ ਕੀਤੀ, ਹੁਣ ਦਿਲ ਟੁੱਟ ਗਿਆ, ਕੀ ਗੱਲ ਹੋ ਗਈ, ਮੇਰਾ ਕੰਮ ਨਹੀਂ ਬਣਿਆ। ਇਹਦਾ ਮਤਲਬ ਕੀ ਹੈ? ਉਹਨਾਂ ਨੂੰ ਪਤਾ ਹੀ ਨਹੀਂ, ਉਹ ਕਰਮਕਾਂਡ ਤੱਕ ਸੀਮਤ ਰਹੇ। ਉਹਨਾਂ ਨੂੰ ਪਤਾ ਨਹੀਂ ਵੀ ਇਹ ਤੋਂ ਹੋਰ ਇੱਕ ਉੱਚੀ ਚੀਜ਼ ਸੀਗੀ ਜਿਹੜੀ ਤਾਂ ਆਪਾਂ ਲਈ ਨਹੀਂ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਈ ਗੱਲ ਸੁਣ, ਇਹ ਗੁਰੂ ਚਰਨਾਂ 'ਚੋਂ ਸੋਝੀ ਮਿਲਦੀ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਿਤੋਂ ਉੱਚਾ? ਇਹਨਾਂ ਕਰਮਕਾਂਡਾਂ ਤੋਂ ਉੱਚਾ ਹੈ। ਜਿਹੜੇ ਤੁਸੀਂ ਕਰਮਕਾਂਡ ਕਰਦੇ ਪਏ ਹੋ ਨਾ, ਇਹਨਾਂ ਨਾਲੋਂ ਕਿਤੇ ਉੱਚਾ ਹੈ। ਕੌਣ ਉੱਚਾ ਹੈ? ਪ੍ਰਭੂ ਦਾ ਸਿਮਰਨ ਸ਼ਬਦ ਸਭ ਤੋਂ ਉੱਚਾ ਹੈ, ਨਾਮ ਸਭ ਤੋਂ ਉੱਚਾ ਹੈ। ਪਰ ਵਿਚਾਰ ਕਰਨੀ ਆਪਾਂ, ਹੁਣ ਆਪਾਂ ਇਸ ਗੱਲ ਦੀ ਵਿਚਾਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਲੋੜ ਨਾ ਪੈਣ ਦਾ ਕਾਰਨ ਕੀ ਸੀ? ਕਿ ਅਸੀਂ ਜੋ ਕੁਝ ਕਰਦੇ ਰਹੇ, ਅਸੀਂ ਅਗਿਆਨਤਾ ਦੇ ਵਸ 'ਚ ਹੀ ਕਰਦੇ ਰਹੇ। ਦੇਖੋ ਨਾ, ਗੁਰੂ ਸਾਹਿਬਾਨ ਨੇ ਅਗਿਆਨਤਾ ਦੇ ਵਸ ਵਿੱਚ ਰਹਿਣ ਵਾਲੇ ਨੂੰ ਆਵਾਜ਼ ਤੇ ਮਾਰੀ। ਕੀ ਆਵਾਜ਼ ਮਾਰੀ? ਕਹਿੰਦੇ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕਹਿੰਦੇ ਬਹੁਤਾ ਦਾਨ ਦੇ ਕੇ ਪਰਮਾਤਮਾ ਤੂੰ ਵਸ 'ਚ ਨਹੀਂ ਆ ਜਾਂਦਾ ਕਹਿੰਦੇ। ਇਹ ਸਮਝਣਾ ਸੀਗਾ, ਦਾਨ ਦੇਣ ਤੋਂ ਮਨਾ ਨਹੀਂ ਕੀਤਾ, ਦਾਨ ਦੇਣ ਤੋਂ ਮਨਾ ਨਹੀਂ ਕੀਤਾ, ਪਰ ਅਗਿਆਨਤਾ ਤੋਂ ਚੁੱਕ ਕੇ ਗਿਆਨ 'ਚ ਲਿਆਂਦਾ ਹੈ। ਕਹਿੰਦੇ ਜਦੋਂ ਧਿਆਨ ਦੇਣ ਲੱਗਦਾ ਹੈ ਤੇ ਇਹ ਨਾ ਸਮਝ ਕੇ ਮੇਰੀ ਮੁਕਤੀ ਹੋ ਜਾਊਗੀ ਤੇ ਮੈਂ ਦਾਨ ਦੇ ਕੇ ਹੀ ਇਹ ਮੈਨੂੰ ਸੀਸਾਂ ਦਊਗਾ ਤੇ ਮੈਂ ਪਰਮਾਤਮਾ 'ਚ ਲੀਨ ਹੋ ਜਾਊਗਾ ਤੇ ਮੇਰੇ ਪਾਪ ਧੁੱਪ ਜਾਣਗੇ। ਇਹ ਨਾ ਕਰ। ਕਹਿੰਦੇ ਗਿਆਨ, ਇੱਥੇ ਗਿਆਨ ਦੇ ਅਧੀਨ ਬਿਰਤੀ ਲਿਆ। ਕਿੱਦਾਂ? ਕਿ ਜੋ ਮੈਂ ਦਾਨ ਦਿੱਤਾ ਹੈ, ਜੋ ਇਹਨੂੰ ਮੈਂ ਚੀਜ਼ ਦਿੱਤੀ ਹੈ, ਮੇਰੀ ਤਾਕਤ ਨਹੀਂ ਹੈ, ਇਹ ਤਾਕਤ ਮੇਰੇ ਅਕਾਲ ਪੁਰਖ ਦੀ ਹੈ, ਹੁਕਮ ਵਿੱਚ ਦਿੱਤਾ ਮੈਨੂੰ। ਕਹਿੰਦਾ ਵਾਹ, ਕਿੱਦਾਂ? ਹੁਕਮ ਕੀ ਹੈ? ਦੇਣ ਵਾਲਾ ਉਹ ਵੀ ਹੁਕਮ 'ਚ ਆ, ਲੈਣ ਵਾਲਾ ਉਹ ਵੀ ਹੁਕਮ 'ਚ ਆ। ਜਿਹਦੇ ਥਰੂ ਜਾਣਾ ਉਹ ਪਰਮਾਤਮਾ ਨੂੰ ਪਤਾ, ਜਿਹਦੇ ਕੋਲ ਜਾਣਾ ਉਹ ਵੀ ਪਰਮਾਤਮਾ ਨੂੰ ਪਤਾ, ਹੁਕਮ 'ਚ। ਆਪਾਂ ਗੱਲ ਹੁਕਮ ਦੀ ਕਰਦੇ ਪਏ, ਇਹ ਸਭ ਕੁਝ ਹੁਕਮ 'ਚ ਹੀ ਹੈ। ਤੇ ਗੁਰੂ ਸਾਹਿਬਾਨ ਕਹਿੰਦੇ ਜਿੱਦਣ ਗਿਆਨ ਅੰਦਰ ਟਿਕ ਗਿਆ ਤਾਂ ਹਉਮੈ ਕਹੇ ਨਾ ਕੋਏ। ਤਾਂ ਹਉ ਮੈਂ ਕਹਿੰਦਾ, ਫਿਰ ਨਹੀਂ ਕਹਿੰਦਾ ਮੈਂ ਕੀਤਾ, ਮੈਂ ਦਾਨ ਦਿੱਤਾ, ਮੇਰੇ ਕੋਲ ਤਾਕਤ ਹੈ। ਤਾਈਆਂ ਕਹਿੰਦੇ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੇ ਵਪਾਰ। ਕਹਿੰਦੇ ਪਹਿਲਾਂ ਉਸ ਵਸਤੂ ਦੀ ਜਾਣਕਾਰੀ ਲੈ ਤੇ ਫਿਰ ਵਪਾਰ ਕਰ। ਕਹਿੰਦਾ ਭਾਵ ਫਿਰ ਤੂੰ ਗੁਰੂ ਚਰਨਾਂ ਦੇ ਵਿੱਚੋਂ ਨਾਮ ਦੀ ਦਾਤ ਲੈ। ਤਾਈਆਂ ਦੇਖੋ, ਪਹਿਲਾਂ ਆਪਾਂ ਗੁਰੂ ਘਰ ਜਾਂਦੇ ਹਾਂ, ਹੈ ਨਾ, ਇਹ ਤਾਂ ਨਹੀਂ ਜਿੱਦਣ ਆਪਾਂ ਜਾਂਦੇ ਉਦੋਂ ਹੀ ਗੁਰੂ ਦਾ ਪੱਲਾ ਫੜ ਲੈਂਦੇ ਹਾਂ ਜੀ, ਨਹੀਂ। ਕਹਿੰਦੇ ਨੇ ਇੱਕ ਸਮੇਂ ਦੀ ਗੱਲ ਹੈ, ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਕੋਈ ਸੱਜਣ ਨਾਮ ਦੀ ਦਾਤ ਲੈਣ ਆ ਗਿਆ, ਸ਼ਬਦ ਦੀ ਦਾਤ ਲੈਣ ਆ ਗਿਆ। ਇੱਕਦਮ ਨਹੀਂ ਮਿਲ ਜਾਂਦਾ, ਅੱਜ ਕੱਲ੍ਹ ਤਾਂ ਸਮਾਂ ਹੀ ਬੜਾ ਸਸਤਾ ਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਨਾਮ ਦੀ ਦਾਤ ਲੈਣ ਆ ਗਿਆ ਤੇ ਆਇਆ, ਚਰਨਾਂ 'ਚ ਨਮਸਕਾਰ ਕੀਤੀ। ਕਹਿੰਦੇ ਆ ਵੀ ਸਿੰਘਾ ਕਿੱਧਰ ਆਇਆ? ਪਾਤਸ਼ਾਹ ਨਾਮ ਦੀ ਦਾਤ ਲੈਣ ਆਇਆ। ਕਹਿੰਦੇ ਵਾਹ ਭਾਈ ਵਾਹ ਭਾਈ ਵਾਹ, ਉਹ ਇੰਨੀ ਮਹਿੰਗੀ ਚੀਜ਼ ਸਸਤੇ ਭਾਈ ਲੈਣੀ ਆ? ਕਹਿੰਦਾ ਜੀ ਲੈਣੀ ਆ, ਇਹ ਦਾਤ ਲੈਣੀ। ਕਹਿੰਦੇ ਜਾ ਫਿਰ ਕੰਮ ਕਰ। ਅੱਜ ਆਪਾਂ ਗੱਲਾਂ ਕਰਦੇ ਫਿਰਦੇ, ਗੁਰੂ ਸਾਹਿਬਾਨ ਨੇ ਕੀ ਕਰਵਾਇਆ ਕਦੀ ਸੋਚਿਆ ਸੀ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਾ, ਆਓ ਸਾਹਮਣੇ ਸਾਡੇ ਡੰਗਰ ਬੱਝੇ, ਜਾ ਉਹਨਾਂ ਨੂੰ ਪੱਠੇ ਪਾ ਤੇ ਗੋਹਾ ਚੁੱਕ ਉਹਨਾਂ ਦਾ। ਫਿਰ ਦੇਖਾਂਗੇ ਜਦੋਂ ਵਕਤ ਆਊਗਾ ਨਾ, ਜਦੋਂ ਭਾਂਡਾ ਸਾਫ਼ ਹੋ ਜਾਊਗਾ ਨਾਮ ਦੀ ਦਾਤ ਪੈਣ ਵਾਲਾ, ਫਿਰ ਦੇ ਦਿਆਂਗੇ। ਅੱਜ ਅਸੀਂ ਇੰਨੀ ਗੱਲ ਕਹਿੰਦੇ ਆ, ਨਿੰਦਿਆ ਕਰਨ ਲੱਗ ਪੈਂਦੇ। ਮੈਂ ਵੀ ਗਿਆ ਸੀਗਾ, ਸਾਨੂੰ ਤਾਂ ਪੁੱਛਿਆ ਹੀ ਨਹੀਂ। ਉਹ ਜੀ ਨਹੀਂ, ਕਹਿੰਦੇ ਉਹ ਸੱਜਣ ਨੇ ਗੁਰੂ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉੱਠ ਕੇ ਜਿੱਥੇ ਡੰਗਰ ਬੱਝੇ ਉੱਥੇ ਚਲਾ ਗਿਆ। ਜਿਹੜਾ ਸਿੰਘ ਸੇਵਾ ਕਰਦਾ ਸੀ ਉਹਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਇਹ ਸੇਵਾ ਮੇਰੀ ਹੈ। ਉਹ ਕਹਿੰਦਾ ਨਹੀਂ ਜੀ ਮੈਂ ਕਰਨੀ। ਕਹਿੰਦਾ ਨਹੀਂ, ਅੱਜ ਤੋਂ ਬਾਅਦ ਇਹ ਸੇਵਾ ਮੇਰੀ ਹੈ।
ਤੂੰ ਵੀ ਕਰੀ ਜਾ ਪਰ ਮੈਂ ਜ਼ਿਆਦਾ ਕਰਨੀ। ਕਹਿੰਦਾ ਠੀਕ, ਸੇਵਾ ਕਰਨ ਲੱਗ ਪਿਆ। ਸਾਰਾ ਦਿਨ ਗੋਹੇ ਨਾਲ ਗੋਇਆ ਹੋਇਆ ਰਹਿੰਦਾ। ਕੋਈ ਵੀ ਡੰਗਰ ਮਾੜਾ ਜਿਹਾ ਗੋਹਾ ਕਰਦਾ ਫਟਾਫਟ ਚੁੱਕ ਕੇ ਸਾਫ਼ ਕਰ ਦਿੰਦਾ। ਉਹ ਕਹਿੰਦਾ ਯਾਰ ਤੂੰ ਤੇ ਬੜੀ ਸਫਾਈ ਰੱਖਦਾ ਯਾਰ, ਤੂੰ ਤੇ ਮੇਰੇ ਤੋਂ ਵੀ ਗਾਂਹ ਲੰਘ ਗਿਆ। ਕਹਿੰਦਾ ਭਾਈ ਗੱਲ ਸੁਣ, ਇਹ ਮੇਰੇ ਪਾਤਸ਼ਾਹ ਦੇ ਡੰਗਰ ਨੇ, ਇਹਨਾਂ ਨੂੰ ਗੋਹਾ ਨਹੀਂ ਲੱਗਣਾ ਚਾਹੀਦਾ। ਆ ਮਨ ਵਿੱਚੋਂ ਤਾਂ ਖਤਮ ਕਰਤੀ ਵੀ ਮੈਂ ਨਾਮ ਦਾਨ ਲੈਣਾ ਹੈ, ਸਿਮਰਨ ਲੈਣਾ, ਪਾਤਸ਼ਾਹ ਕੋ ਸ਼ਬਦ ਲੈਣਾ ਹੈ, ਖਤਮ ਕਰਦੀ। ਕਹਿੰਦਾ ਜਦੋਂ ਵਕਤ ਆਊਗਾ ਆਪੇ ਬੁਲਾ ਲੈਣਗੇ। 6 ਮਹੀਨੇ ਲੰਘ ਗਏ। ਪਾਤਸ਼ਾਹ ਲੰਘਿਆ ਕਰਨ, ਡੰਗਰ ਵਾਲੇ ਪਾਸੇ ਵੀ ਜਾਇਆ ਕਰਨ, ਨਮਸਕਾਰ ਕਰਿਆ ਕਰੇ, ਪਰ ਪਾਤਸ਼ਾਹ ਨੇ ਆਵਾਜ਼ ਨਹੀਂ ਮਾਰੀ। ਉਹ ਟੁੱਟ ਕੇ ਦਾਤ ਦਵੇ ਫਿਰ ਗੱਲ ਬਣਦੀ। ਕਹਿੰਦੇ ਇੱਕ ਦਿਨ ਵਕਤ ਆਇਆ, ਅੱਜ ਪਾਤਸ਼ਾਹ ਨੂੰ ਬਾਦਸ਼ਾਹ ਮਿਲਣ ਆ ਰਿਹਾ। ਪਾਤਸ਼ਾਹ ਨੂੰ ਬਾਦਸ਼ਾਹ ਮਿਲਣ ਆ ਰਿਹਾ। ਉਸ ਸਮੇਂ ਦਾ ਜਿਹੜਾ ਉੱਥੇ ਬਾਦਸ਼ਾਹ ਸੀ, ਉਹਦਾ ਸੁਨੇਹਾ ਆਇਆ ਕਿ ਪਾਤਸ਼ਾਹ ਦਰਸ਼ਨ ਕਰਨੇ ਨੇ। ਤੇ ਕੋਈ ਸੱਜਣ ਆ ਕੇ ਕਹਿੰਦਾ ਪਾਤਸ਼ਾਹ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਹਿੰਦੇ ਪਾਤਸ਼ਾਹ ਜੇ ਹੁਕਮ ਹੋਵੇ ਤੇ ਬਾਦਸ਼ਾਹ ਮਿਲਣ ਆ ਰਿਹਾ, ਟਾਟ ਵਿਛਾ ਦਈਏ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਕਰੋ ਸਤਿਕਾਰ ਭਾਈ, ਕੋਈ ਗੱਲ ਨਹੀਂ। ਫਿਰ ਕੀ ਆ, ਜੇ ਬਾਦਸ਼ਾਹ ਮਿਲਣ ਆ ਰਿਹਾ ਕਰੋ ਸਤਿਕਾਰ, ਜਿਹੜਾ ਦਾ ਬਣਦਾ ਕਰੋ। ਟਾਟ ਵਿਛਾ ਦਿੱਤੇ। ਜਦੋਂ ਟਾਟ ਵਿਛਾਤੇ, ਉਹਨਾਂ ਟਾਟਾਂ ਉੱਤੋਂ ਲੰਘ ਕੇ ਬਾਦਸ਼ਾਹ ਨੇ ਪਾਤਸ਼ਾਹ ਦੇ ਚਰਨਾਂ 'ਚ ਜਾਣਾ ਸੀ। ਕੀ ਕਹਿੰਦੇ ਆ, ਕਹਿੰਦੇ ਜਦੋਂ ਟਾਟ ਵਿਛ ਗਏ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਜਿੱਥੇ ਖੜੇ ਸਨ ਨਾ ਟਾਟ ਵੇਖਣ ਲਈ ਵੀ ਵਿਛਾਤੇ ਆ, ਤੇ ਨਮਸਕਾਰ ਕਰਨ ਲਈ ਉਹ ਸਿੰਘ ਜਿਹੜਾ ਡੰਗਰ ਸਾਂਭਦਾ ਸੀ ਨਾ, ਉਹਨਾਂ ਟਾਟਾਂ ਦੇ ਉੱਤੋਂ ਦੀ ਭੱਜਾ ਆਉਣ ਡਿਆ। ਸਿੰਘਾਂ ਰੋਕਿਆ ਵੀ ਤੂੰ ਟਾਟ ਗੰਦੇ ਕਰਤੇ, ਤੇਰੇ ਪੈਰ ਲਿਬੜੇ ਗੋਹੇ ਨਾਲ। ਆ ਕੇ ਚਰਨਾਂ 'ਚ ਨਮਸਕਾਰ ਕੀਤੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਓਏ ਨਾ ਕਹੋ ਇਹਨੂੰ ਕੁਛ ਵੀ, ਅਸਲੀ ਬਾਦਸ਼ਾਹ ਇਹੋ ਹੀ ਹੈ, ਅਸਲੀ ਬਾਦਸ਼ਾਹ ਇਹੋ ਹੀ ਹੈ, ਟਾਟ ਇਹਦੇ ਲਈ ਵਿਛੇ। ਅੱਛਾ ਕਿੱਦਾਂ? ਉਹ ਕਹਿੰਦੇ ਭਾਈ ਇਹਦਾ ਵਕਤ ਆ ਗਿਆ ਹੈ, ਉੱਠ ਸਿੰਘਾ ਉੱਠ। ਉੱਠਿਆ। ਕਹਿੰਦਾ ਆ ਤੈਨੂੰ ਅੱਜ ਨਾਮ ਦੀ ਦਾਤ ਦਈਏ, ਤੇਰਾ ਵਕਤ ਆ ਗਿਆ ਹੈ, ਤੇਰਾ ਵਕਤ ਆ ਗਿਆ। ਸੌਖੀ ਨਹੀਂ ਹੈ ਦਾਤ। ਪਹਿਲਾਂ ਗੁਰੂ ਚਰਨਾਂ ਨਾਲ ਜੁੜਨਾ ਪੈਣਾ, ਪਹਿਲਾਂ ਗੁਰਬਾਣੀ ਪੜ੍ਹਨੀ ਪੈਣੀ ਆ, ਗੁਰਬਾਣੀ ਵਿਚਾਰਨੀ ਪੈਣੀ ਆ, ਫਿਰ ਜਾ ਕੇ ਸੁੱਤ ਸ਼ਬਦ ਦਾ ਮਿਲਾਪ ਹੋਣਾ। ਅਸੀਂ ਗੁਰਬਾਣੀ ਪੜ੍ਹੀ ਜਾਣ ਰਹੇ ਹਾਂ, ਪੜ੍ਹੀ ਤੇ ਜਾਣ ਰਹੇ ਹਾਂ, ਪਰ ਅਸੀਂ ਉਹਦੀ ਵਿਚਾਰ ਨਹੀਂ ਕਰਦੇ ਕਿ ਸਾਡੇ ਤੇ ਵੀ ਸਮਾਂ ਆਉਣਾ। ਤੇ ਗੁਰੂ ਸਾਹਿਬ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੇ ਵਪਾਰ। ਕਹਿੰਦੇ ਪਹਿਲਾਂ ਇਸ ਵਸਤ ਨੂੰ ਸਿਆਣ ਲੈ, ਪਛਾਣ ਲੈ। ਪਹਿਲਾਂ ਗੁਰਬਾਣੀ ਪੜ੍ਹ ਕੇ ਨਾਮ ਦੀ ਜਾਣਕਾਰੀ ਲੈ ਲਾ, ਪਰਮਾਤਮਾ ਦੀ ਜਾਣਕਾਰੀ ਲੈ ਲਾ, ਸ਼ਬਦ ਦੀ ਜਾਣਕਾਰੀ ਲੈ ਲਾ, ਤਾਂ ਕੀਚੇ ਵਪਾਰ। ਕਹਿੰਦੇ ਜਾਣਕਾਰੀ ਲੈ ਕੇ ਫਿਰ ਨਾਮ ਸਿਮਰਨ ਕਰ। ਹੁਣ ਵਪਾਰ ਦਾ ਮਤਲਬ ਕੀ ਹੈ? ਕਹਿੰਦੇ ਆਪਣਾ ਮਨ, ਆਪਣੀ ਸੋਚ ਗੁਰੂ ਚਰਨਾਂ 'ਚ ਅਰਪਿਤ ਕਰਦੇ, ਇਹਦੇ ਬਦਲੇ ਸ਼ਬਦ ਦੀ ਦਾਤ ਲੈ ਲਾ। ਵਪਾਰ ਆ, ਬਿਨਾਂ ਦਿੱਤਿਆਂ ਕੁਝ ਲਿਆ ਨਹੀਂ ਜਾਣਾ। ਤਾਈਆਂ ਗੁਰੂ ਸਾਹਿਬਾਂ ਨੇ ਇੱਥੇ ਪੰਕਤੀ ਉਚਾਰਨ ਕੀਤੀ ਹੈ, ਕਹਿੰਦੇ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਹੈ ਕਾਰਜ ਨਾਸ। ਹੁਣ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਦੋਂ ਇੱਦਾਂ ਦੀ ਬਿਰਤੀ ਬਣ ਜਾਂਦੀ ਹੈ, ਜਦੋਂ ਇੱਦਾਂ ਦੀ ਬਿਰਤੀ ਬਣ ਜਾਂਦੀ ਹੈ ਕਿ ਵਪਾਰ ਕਰਨ ਯੋਗ ਹੋ ਜਾਂਦਾ ਹੈ, ਜਦੋਂ ਵਸਤੂ ਦੀ ਪਹਿਚਾਣ ਆ ਜਾਂਦੀ ਹੈ, ਸ਼ਬਦ ਦੀ ਜਾਣਕਾਰੀ ਮਿਲ ਜਾਂਦੀ ਹੈ, ਪਰਮਾਤਮਾ ਦੀ ਜਾਣਕਾਰੀ ਅੰਦਰ ਆ ਜਾਂਦੀ ਹੈ, ਫਿਰ ਸ਼ਬਦ ਨਾਲ ਜੁੜਦਾ ਹੈ। ਜਦੋਂ ਸ਼ਬਦ ਨਾਲ ਜੁੜਦਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਜੇਤਾ ਬੋਲਣ ਤੇਤਾ ਗਿਆਨੇ। ਕਹਿੰਦੇ ਐਸਾ ਬਿਰਤੀ ਵਾਲਾ ਜਿਹਦੇ ਅੰਦਰ ਗਿਆਨ ਟਿਕ ਗਿਆ, ਹੁਕਮ 'ਚ ਆ ਗਿਆ, ਪਰਮਾਤਮਾ ਦੇ ਭਾਣੇ 'ਚ ਆ ਗਿਆ ਹੈ, ਜੇਤਾ ਬੋਲਣ। ਕਹਿੰਦਾ ਹੁਣ ਜੋ ਕੁਝ ਵੀ ਬੋਲਦਾ ਹੈ ਤੇਤਾ ਗਿਆਨੇ। ਕਹਿੰਦਾ ਗਿਆਨ ਦੇ ਅਧੀਨ ਹੋ ਕੇ ਬੋਲਦਾ, ਕਦੀ ਗਿਆਨ ਤੋਂ ਬਾਹਰ ਹੋ ਕੇ ਨਹੀਂ ਬੋਲੂਗਾ। ਕਿੱਦਾਂ ਬੋਲੂਗਾ? ਕਿੱਦਾਂ ਬੋਲੂਗਾ? ਧਿਆਨ ਦੇਣਾ। ਹੁਣ ਗਿਆਨ ਦੇ ਅਧੀਨ ਹੋ ਗਿਆ, ਕੀ ਹੋਇਆ? ਘਰ ਬੈਠਾ ਕੋਈ ਸਾਈਕਲ ਚੁੱਕ ਕੇ ਲੈ ਗਿਆ, ਘਰ ਬੈਠਾ ਕੋਈ ਸਾਈਕਲ ਚੁੱਕ ਕੇ ਲੈ ਗਿਆ, ਤੇ ਕਿਸੇ ਨੇ ਆ ਕੇ ਕਹਿੰਦਾ ਭਾਈ ਸਾਹਿਬ ਤੁਹਾਡਾ ਸਾਈਕਲ ਚੁੱਕ ਕੇ ਲੈ ਗਿਆ, ਕੋਈ ਚੋਰੀ ਹੋ ਗਿਆ ਸਾਈਕਲ। ਹੁਣ ਜੇਤਾ ਬੋਲੇ ਤੇਤਾ ਗਿਆਨ ਹੈ। ਹੁਣ ਜੋ ਕੁਝ ਬੋਲੇਗਾ ਗਿਆਨ ਦੇ ਅਧੀਨ ਬੋਲੇਗਾ। ਧਿਆਨ ਦਿਓ, ਹੁਣ ਗਿਆਨ ਦੇ ਅਧੀਨ ਕਿਵੇਂ ਬੋਲਦਾ ਹੈ? ਬੜੇ ਹੀ ਪਿਆਰ ਦੇ ਨਾਲ ਹੱਸ ਕੇ ਬੋਲਦਾ ਹੈ, ਕਹਿੰਦਾ ਜਿਸ ਕੀ ਵਸਤ ਸੋਈ ਲੈ ਜਾਏਗਾ। ਗਿਆਨ ਦੇ ਅਧੀਨ ਹੋ ਕੇ ਬੋਲਣ ਰਿਹਾ। ਤੇ ਅਗਿਆਨਤਾ ਵਾਲਾ ਕੀ ਕਹਿੰਦਾ? ਕਹਿੰਦਾ ਕਮਾਲ ਆ, ਬੇੜਾ ਕਰਕੇ ਚੋਰ ਲੋਕ ਬੈਠੇ ਨੇ, ਇਹਨਾਂ ਲੋਕਾਂ ਨੂੰ ਸ਼ਰਮ ਹੀ ਨਹੀਂ ਹੈ। ਉਹ ਨੱਠਦਾ ਹੈ, ਉਹ ਕੋਈ ਉਪਰਾਲਾ ਕਰਦਾ ਹੈ, ਪਹਿਲਾਂ ਗਿਆਨ ਦੇ ਅਧੀਨ ਆ। ਉਹ ਬੜੇ ਪਿਆਰ ਨਾਲ ਕਹਿੰਦਾ ਜਿਸ ਕੀ ਵਸਤ ਸੋਈ ਲੈ ਜਾਏਗਾ। ਜਿਹਦਾ ਟਾਈਮ ਸੀ, ਜਿੰਨੇ ਦਿਨ ਮੈਨੂੰ ਹੁਕਮ ਹੋਇਆ ਮੈਂ ਚਲਾ ਲਿਆ, ਹੁਣ ਰੱਬ ਦਾ ਹੁਕਮ ਹੋਇਆ ਹੋਣਾ, ਉਹਨੂੰ ਦਿੱਤਾ ਹੋਣਾ ਵੀ ਤੂੰ ਚਲਾ ਲਾ, ਮੈਨੂੰ ਕੁਝ ਹੋਰ ਦੇਣਾ ਹੋਣਾ। ਗੱਲਾਂ ਸਮਝਣੀਆਂ ਪੈਣੀਆਂ। ਫਿਰ ਗੁਰੂ ਸਾਹਿਬਾਨ ਕਹਿੰਦੇ ਹੁਕਮ ਦੀ ਗੱਲ ਕਰੀ ਜਾਈਏ ਆਪਾਂ ਅੱਜ। ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ
800 ਤੇ 85 ਅੰਗ ਦੇ ਉੱਤੇ ਬਿਆਨ ਕਰਨ ਲੱਗੇ। ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ। ਗੁਰੂ ਜੀ ਕਹਿ ਰਹੇ ਜਿਹਨੇ ਹੁਕਮ ਦੀ ਪਛਾਣ ਕਰ ਲਈ, ਜਿਹਦੇ ਮਨ ਵਿੱਚ ਚਿੱਤਕ ਗਈ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਪਰਮਾਤਮਾ ਦੇ ਹੁਕਮ ਤੋਂ ਬਗੈਰ ਨਹੀਂ ਹੋ ਰਿਹਾ, ਸਭ ਕੁਝ ਪਰਮਾਤਮਾ ਦੇ ਹੁਕਮ 'ਚ ਹੀ ਹੋ ਰਿਹਾ ਹੈ। ਕੁਝ ਮਿਲ ਰਿਹਾ ਹੈ ਤਾਂ ਵੀ ਉਹਦਾ ਹੁਕਮ ਹੈ, ਕੁਝ ਖੁੱਸ ਰਿਹਾ ਤੇ ਤਾਂ ਵੀ ਉਹਦਾ ਹੁਕਮ ਹੈ। ਬੜਾ ਔਖਾ ਹੈ। ਕਹਿੰਦੇ ਜਿੰਨੇ ਇਹ ਚੀਜ਼ ਪਛਾਣ ਲਈ, ਪਛਾਤਾ ਦਾ ਭਾਵ ਜਾਣ ਲਿਆ, ਸਮਝ ਲਿਆ ਵੀ ਜੋ ਕੁਝ ਉਹਦੇ ਹੁਕਮ 'ਚ ਹੋ ਰਿਹਾ। ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ, ਤਿੰਨ ਭੇਦ ਜਾਤਾ। ਕਹਿੰਦੇ ਫਿਰ ਉਹਨੇ ਪਰਮਾਤਮਾ ਦਾ ਆਪਣੇ ਅੰਦਰੋਂ ਭੇਦ ਜਾਣ ਲਿਆ, ਉਹਨੂੰ ਸਮਝ ਲੱਗਣ ਲੱਗ ਪਈ ਵੀ ਉਹ ਜੋ ਕੁਝ ਕਰਵਾਉਣ ਵਾਲਾ ਨਾ, ਜੋ ਕੁਝ ਕਰਨ ਵਾਲਾ ਉਹ ਮੇਰੇ ਅੰਦਰ ਆ। ਮੇਰੇ ਅੰਦਰ ਦੀ ਤਬਦੀਲੀ ਜਿਹੜੀ ਹੈ ਨਾ ਇਹ ਉਹਦੇ ਕਰਕੇ ਆਈ ਹੈ। ਮੈਨੂੰ ਉਹਦਾ ਕੀਤਾ ਸਭ ਕੁਝ ਚੰਗਾ ਲੱਗਣ ਲੱਗ ਪਿਆ ਹੈ, ਇਹ ਉਹਦੀ ਰਹਿਮਤ ਹੋਈ ਹੈ, ਉਹਦੀ ਕਿਰਪਾ ਹੋਈ ਹੈ। ਉਹਨੇ ਭੇਦ ਪਾ ਲਿਆ ਪਰਮਾਤਮਾ ਦਾ। ਕੀ ਭੇਦ ਪਾ ਲਿਆ ਕਿ ਪਰਮਾਤਮਾ ਦਾ ਹੁਕਮ ਜਿਹੜਾ ਹੈ ਉਹ ਮੰਨਣਾ ਹੀ ਪੈਣਾ, ਮੰਨਣਾ ਹੀ ਪੈਣਾ। ਕਿਉਂ ਮੰਨਣਾ ਪੈਣਾ, कैसे ਮੰਨਣਾ ਪੈਣਾ? ਗੁਰੂ ਸਾਹਿਬਾਨ ਬੜੀ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਕਿਉਂਕਿ ਤੂੰ ਦੁਖੀ ਹੋ ਤੇ ਤੂੰ ਸੁਖੀ ਹੋ, ਇਹ ਤੇਰੀ ਮਰਜ਼ੀ, ਪਰ ਜੋ ਹੋਣਾ ਨਾ ਉਹ ਹੋਣਾ ਹੀ ਹੈ। ਸੁਰਗਵਾਸ ਨਾ ਬਾਸੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਕਹਿੰਦੇ ਐਵੇਂ ਨਾ ਸਵਰਗਾਂ ਦੀ ਖੁਸ਼ਬੂ ਲਿਆ ਕਰ। ਸੱਚ ਦੇ ਅਸੀਂ ਕਿਤੇ ਮਾੜਾ ਜਿਹਾ ਪੁੰਨਦਾਨ ਕਰ ਲਈਏ, ਕਿਤੇ 2-4-10 ਦਿਨ ਗੁਰੂ ਘਰ ਜਾਈਏ, ਮੰਦਿਰ ਜਾਈਏ, ਮਸਜਿਦ ਜਾਈਏ, ਚਰਚ ਜਾਈਏ ਨਾ, ਹੈ ਨਾ, ਤੇ ਨੈਚੁਰਲ ਜਿਹੀ ਗੱਲ ਆ ਵੀ ਉੱਥੇ ਰਹਿਣ ਵਾਲੇ ਜਿਹੜੇ 2-4 ਲੋਕ ਸਾਨੂੰ ਮਿਲਣਗੇ, ਵਡਿਆਈ ਤੇ ਦੇਣਗੇ। 2-4 ਦਿਨ ਲਗਾਤਾਰ ਗੁਰਦੁਆਰੇ ਜਾਣ ਲੱਗ ਪਈਏ ਤੇ 2-4 ਜਣੇ ਮਿਲਣ ਲੱਗ ਪੈਂਦੇ, ਕਹਿਣ ਲੱਗ ਪੈਂਦੇ, ਕਹਿੰਦਾ ਭਾਈ ਸਾਹਿਬ ਆ ਕਮਾਲ ਆ, ਰੋਜ਼ ਤੁਹਾਡੇ ਦਰਸ਼ਨ ਹੁੰਦੇ, ਮੈਂ ਤੇ ਵੇਖਦਾ ਤੁਸੀਂ ਗੁਰਦੁਆਰੇ ਤੁਰੇ ਹੁੰਦੇ ਹੋ, ਤੁਸੀਂ ਮੰਦਿਰ ਨੂੰ ਤੁਰੇ ਹੁੰਦੇ ਹੋ। ਆਪਣੇ ਮਨ ਵਿੱਚ ਆ ਜਾਂਦਾ ਵੀ ਯਾਰ ਕਮਾਲ ਆ, ਲੋਕੀ ਬੜੀ ਪ੍ਰਸ਼ੰਸਾ ਕਰਨ ਲੱਗ ਪਏ, ਇਹਦਾ ਮਤਲਬ ਮੈਂ ਇਹਨਾਂ ਲੋਕਾਂ ਨੂੰ ਅੱਗੇ ਲੰਘ ਗਿਆ, ਮੈਂ ਆ ਜਾਂਦੀ। ਉਹ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਗੱਲ ਸੁਣ, ਜਦੋਂ ਮਨ ਬਿਰਤੀ ਇਦਾਂ ਦੀ ਬਣ ਜਾਂਦੀ ਹੈ ਨਾ, ਜਦੋਂ ਮਨ ਬਿਰਤੀ ਇਦਾਂ ਦੀ ਬਣ ਜਾਂਦੀ ਹੈ, ਸੁਰਗਵਾਸ ਨਾ ਬਾਸੀਏ, ਡਰੀਏ ਨਾ ਨਰਕ ਨਿਵਾਸ। ਕਹਿੰਦਾ ਆਨੰਦ ਉਦਣ ਆਉਣਾ ਹੀ ਕਿ ਤੁਰਿਆ ਗੁਰੂ ਘਰ ਨੂੰ ਜਾਵੇ, ਗੁਰਬਾਣੀ ਪੜ੍ਹੇ, ਗੁਰੂ ਘਰ ਸੇਵਾ ਕਰੇ, ਨਾਮ ਸਿਮਰਨ ਕਰੇ, ਪਰ ਇਹ ਸਭ ਕੁਝ ਕਰਦਾ ਕਰਦਾ ਕਿਤੇ ਸਵਰਗਾਂ ਦੀ ਖੁਸ਼ਬੂ ਨਾ ਲੈ ਲਵੇ। ਸਵਰਗਾਂ ਦੀ ਖੁਸ਼ਬੂ ਨਹੀਂ ਲੈਣੀ। ਸਵਰਗ ਕੀ ਚੀਜ਼ ਆ? ਸਵਰਗ ਨਰਕ ਹੈ ਤੇ ਸੰਸਾਰ ਤੇ ਹੀ ਹੈ। ਇਹ ਤੇਰੇ ਮਨ 'ਚ ਆ ਜਾਏ ਕਿ ਮੈਨੂੰ ਹੁਣ ਜੋ ਕੁਝ ਮਿਲੂਗਾ, ਮੇਰੇ ਨਾਲ ਜੋ ਕੁਝ ਹੋਊਗਾ ਚੰਗਾ ਹੀ ਹੋਊਗਾ, ਹੈ ਨਾ, ਹੁਣ ਨਹੀਂ ਮੇਰੇ ਨਾਲ ਬੁਰਾ ਹੋ ਸਕਦਾ। ਡਰੀਏ ਨਾ ਨਰਕ ਨਿਵਾਸ। ਕਈ ਸੱਜਣ ਕਹਿੰਦੇ ਆ ਵੀ ਔਰ ਨਰਕਾਂ 'ਚ ਨਾ ਡਿੱਗ ਪਈਏ ਕਿਤੇ, ਯਾਰ ਹੁਣ ਇੰਨਾ ਗੁਰੂ ਘਰ ਚਾਹੀਦਾ ਆ, ਇੰਨਾ ਆਪਾਂ ਪਾਠ ਪੂਜਾ ਕਰੀਦੀ ਹੈ ਨਾ। ਉਹ ਕਹਿੰਦੇ ਨਾ ਸਵਰਗਾਂ 'ਤੇ ਜਾਣ ਦੀ ਖੁਸ਼ਬੂ ਲੈਣੀ ਹੈ, ਨਾ ਨਰਕਾਂ ਦੇ ਨਿਵਾਸ ਤੋਂ ਡਰਨਾ ਹੈ। ਮਨ ਬਿਰਤੀ ਇੱਥੇ ਲਿਆ ਕੇ ਰੱਖ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਜੋ ਹੋਣਾ ਉਹ ਹੋਣਾ ਹੀ ਹੈ। ਮਨ ਜਾਵੇ ਨਾ ਆਸ ਲਾ ਕੇ ਬਹਿ ਵੀ ਆਹ ਕੰਮ ਇਸ ਢੰਗ ਨਾਲ ਹੋਊਗਾ, ਆਹ ਢੰਗ ਇਸ ਢੰਗ ਨਾਲ ਹੋਊਗਾ, ਨਹੀਂ, ਜੋ ਪਰਮਾਤਮਾ ਨੇ ਕਰਨਾ ਉਹਨੇ ਉੱਦਾਂ ਹੀ ਕਰਨਾ ਹੈ। ਫਿਰ ਗੁਰੂ ਸਾਹਿਬਾਨ ਕਹਿੰਦੇ ਕਿਤੇ ਜਦੋਂ ਆਪਾਂ ਗਿਆਨ ਦੇ ਅਧੀਨ ਚੱਲਦੇ ਹਾਂ, ਗਿਆਨ ਦੇ ਅਧੀਨ ਚੱਲਦੇ ਹਾਂ, ਹੁਕਮ 'ਚ ਰਹਿੰਦੇ ਹਾਂ, ਤੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦੀ ਆ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਵਾਲ, ਕਿਵ ਸਚਿਆਰਾ ਹੋਈਏ। ਹੁਣ ਧਿਆਨ ਦੇਣਾ, ਬੜੀ ਸੋਚਣ ਵਾਲੀ ਗੱਲ ਹੈ। ਕਿਵ ਸਚਿਆਰਾ ਹੋਈਏ। ਹੁਣ ਸੱਚ ਕੀ ਹੈ? ਸੱਚ ਤੇ ਪਰਮਾਤਮਾ ਹੈ, ਸੱਚ ਤੇ ਪਰਮਾਤਮਾ ਆ, ਝੂਠ ਸੰਸਾਰ ਹੈ। ਹੁਣ ਕਿਵ ਸਚਿਆਰਾ ਹੋਈਏ, ਪਰਮਾਤਮਾ ਕਿਵੇਂ ਹੋਈਏ? ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਸਾਰੇ ਦੇ ਸਾਰੇ ਖੋਜ ਕਰਨ ਰਹੇ ਹਾਂ ਪਰਮਾਤਮਾ ਕਦੋਂ ਸਾਨੂੰ ਮਿਲੂਗਾ, ਸਾਰੇ ਪਰਮਾਤਮਾ ਕਦੋਂ ਸਾਨੂੰ ਮਿਲੂਗਾ, ਪਰਮਾਤਮਾ ਕਦੋਂ ਸਾਨੂੰ ਮਿਲੂਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ? ਕਹਿੰਦੇ ਬਈ ਪਰਮਾਤਮਾ ਨੇ ਤੈਨੂੰ ਨਹੀਂ ਮਿਲਣਾ। ਕਹਿੰਦਾ ਜੀ ਕਿਉਂ ਨਾ? ਕਹਿੰਦਾ ਫਿਰ ਕੀ ਕਰਨਾ? ਕਹਿੰਦਾ ਸਵਾਲ ਤੇ ਇਹ ਕੀਤਾ ਕਿ ਸਚਿਆਰਾ ਹੋਈਏ, ਵੀ ਤੂੰ ਪਰਮਾਤਮਾ ਵਰਗਾ ਕਿਵੇਂ ਹੋਣਾ? ਕਹਿੰਦੇ ਪਰਮਾਤਮਾ ਨੇ ਤੈਨੂੰ ਨਹੀਂ ਮਿਲਣਾ ਦਾ, ਫਿਰ ਕਹਿੰਦਾ ਤੂੰ ਪਰਮਾਤਮਾ ਵਰਗਾ ਹੋਣਾ। ਜਿੱਦਣ ਤੂੰ ਪਰਮਾਤਮਾ ਵਰਗਾ ਹੋ ਗਿਆ ਉਦੋਂ ਤੇਰੇ ਤੇ ਪਰਮਾਤਮਾ 'ਚ ਕੋਈ ਭੇਦ ਨਹੀਂ ਰਹਿਣਾ। ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਹਾਂ ਬਈ, ਕਿਵ ਸਚਿਆਰਾ ਹੋਈਏ,
ਕਿ ਅਸੀਂ ਸੱਚੇ ਕਿਵੇਂ ਹੋਈਏ, ਅਸੀਂ ਪਰਮਾਤਮਾ ਕਿਵੇਂ ਹੋਈਏ। ਸਵਾਲ ਤੇ ਆ ਖੜਾ ਕੀਤਾ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਕੂੜੇ ਦਾ ਭਾਵ ਕੀ, ਕੂੜ ਪਾਪ, ਪਾਲ ਦਾ ਪਾਪ ਪਲਦੇ ਪਏ ਆ। ਕਹਿੰਦੇ ਹੈ ਗੁਰੂ ਜੀ, ਹੁਣ ਮੈਂ ਗਿਆਨ ਦੇ ਅਧੀਨ ਆਇਆ, ਮੈਨੂੰ ਤੁਹਾਡੇ ਗਿਆਨ ਦੀ ਸੋਝੀ ਆਉਣ ਲੱਗੀ ਹੈ, ਤੁਹਾਡੀ ਗੁਰਬਾਣੀ ਦੀ ਸਮਝ ਲੱਗਣ ਲੱਗੀ, ਮੇਰੀ ਬਿਰਤੀ ਤੁਹਾਡੇ ਚਰਨਾਂ 'ਚ ਟਿਕੀ ਹੋਣ। ਕਹਿੰਦੇ ਕਰੋ ਕਿਰਪਾ। ਕਹਿੰਦੇ ਕੀ? ਕਹਿੰਦੇ ਹੁਣ ਮੇਰੇ ਮਨ ਵਿੱਚ ਪੈਦਾ ਹੋਇਆ ਹੈ ਵੀ ਕਿਵ ਸਚਿਆਰਾ ਹੋਈਏ, ਮੈਂ ਸੱਚਾ ਕਿਵੇਂ ਹੋਵਾਂ, ਮੈਂ ਪਰਮਾਤਮਾ ਕਿਵੇਂ ਹੋਵਾਂ। ਕਿਵ ਕੂੜੇ ਟੁੱਟੇ ਪਾਲ, ਜਿਹੜੇ ਮੇਰੇ ਅੰਦਰ ਪਾਪ ਪਲਦੇ ਪਏ ਆ, ਜਿਹੜੇ ਮੇਰੇ ਅੰਦਰ ਮਾੜੇ ਵਿਚਾਰ ਪਲਦੇ ਪਏ ਆ, ਇਹ ਟੁੱਟ ਜਾਣ, ਇਹਨਾਂ ਦਾ ਨਾਤਾ ਮੇਰੇ ਤੋਂ ਟੁੱਟ ਜਾਏ। ਕਿ ਤੂੜੇ ਟੁੱਟੇ, ਟੁੱਟੇ ਦਾ ਭਾਵ ਕਿਸੇ ਚੀਜ਼ ਨੂੰ ਤੋੜ ਦੇਣਾ, ਨਾਤਾ ਖਤਮ ਹੋ ਜਾਣਾ। ਕਹਿੰਦੇ ਜਿਹੜੇ ਮੇਰੇ ਅੰਦਰ ਪਾਪ ਪਲਦੇ ਪਿਆ, ਜਿਹੜੇ ਮੇਰੇ ਅੰਦਰ ਕੂੜ ਪਲਦਾ ਪਿਆ ਹੈ, ਆਪ ਜੀ ਕਿਰਪਾ ਕਰੋ ਵੀ ਇਹ ਜਿਹੜਾ ਕੂੜ ਆ, ਜਿਹੜਾ ਝੂਠ ਆ, ਜਿਹੜੇ ਮਾੜੇ ਵਿਚਾਰ ਮੇਰੇ 'ਚ ਪਲਦੇ ਪਏ ਆ, ਇਹਨਾਂ ਦਾ ਤੇ ਮੇਰਾ ਨਾਤਾ ਕਿਵੇਂ ਟੁੱਟ ਸਕਦਾ। ਕਹਿੰਦੇ ਫਿਰ ਹੋਰ ਕੀ ਚਾਹੁੰਦਾ। ਕਹਿੰਦੇ ਇਹਨਾਂ ਦਾ ਨਾਤਾ ਟੁੱਟ ਜਾਏ ਤੇ ਕਿਵ ਸਚਿਆਰਾ ਹੋਈਏ, ਸੱਚ ਪਰਮਾਤਮਾ ਨੂੰ ਕਹਿੰਦੇ ਆ। ਉਹਦੇ ਮੇਰੇ ਤੇ ਕਿਰਪਾ ਕਰੋ ਵੀ ਮੈਂ ਪਰਮਾਤਮਾ ਕਿਵੇਂ ਹੋ ਸਕਦਾ, ਮੈਂ ਰੱਬ ਕਿਵੇਂ ਹੋ ਸਕਦਾ। ਹੁਣ ਲਓ ਸਾਹਿਬ, ਤੁਸੀਂ ਰੱਬ ਹੋਣਾ, ਤੁਸੀਂ ਪਰਮਾਤਮਾ ਹੋਣਾ, ਠੀਕ ਹੈ। ਹੁਣ ਜਦੋਂ ਇਹ ਸਵਾਲ ਖੜਾ ਕੀਤਾ ਵੀ ਅਸੀਂ ਸੱਚਿਆਰੇ ਕਿਵੇਂ ਹੋਈਏ, ਅਸੀਂ ਰੱਬ ਕਿਵੇਂ ਹੋਈਏ, ਸਾਡੇ ਮਨ ਵਿੱਚ ਆ ਗਿਆ ਵੀ ਅਸੀਂ ਰੱਬ ਤੇ ਹੋ ਨਹੀਂ ਸਕਦੇ, ਇਹ ਤਾਂ ਪਰਮਾਤਮਾ ਹੋ ਹੀ ਨਹੀਂ ਸਕਦੇ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਤੁਸੀਂ ਹੈ ਤੇ ਪਰਮਾਤਮਾ ਹੀ, ਹੈ ਤੇ ਰੱਬ ਹੀ, ਉੱਤੋਂ ਵਿਛੜ ਕੇ ਜੋ ਕਰਮ ਕੀਤੇ ਉਹਨਾਂ ਦੀ ਮੈਲ ਚੜ ਗਈ, ਇਸ ਕਰਕੇ ਤੁਹਾਡਾ ਰੂਪ ਬਦਲ ਗਿਆ, ਠੀਕ ਆ। ਇੱਕ ਆਤਮਾ ਆ, ਉਸ ਆਤਮਾ ਤੋਂ ਜਿਹੜੀ ਗੰਦਗੀ ਹੈ ਉਹਦਾ ਨਾਮ ਮਨ ਹੈ, ਠੀਕ ਹੈ। ਉਹਦੀ ਗੰਦਗੀ ਕਰਕੇ ਜਿੱਥੇ ਰਹਿਣਾ ਪੈਂਦਾ ਉਹਦਾ ਨਾਮ ਤਨ ਹੈ। ਆਤਮਾ, ਮਨ ਤੇ ਤਨ, ਤਿੰਨ ਜਾਣੇ ਨੇ, ਠੀਕ ਹੈ। ਜਿਸ ਦਿਨ ਤੁਹਾਡੀ ਆਤਮਾ ਦੇ ਉੱਤੋਂ ਮਨ ਭਾਵ ਕੀ ਹੈ, ਵਿਚਾਰ ਗੰਦਗੀ, ਜਿਸ ਦਿਨ ਗੰਦਗੀ ਲੱਥ ਗਈ, ਮਨ ਖਤਮ ਹੋ ਗਿਆ, ਵਿਚਾਰ ਖਤਮ ਹੋ ਗਏ, ਮੈਲ ਲੱਥ ਗਈ, ਉਸ ਤੋਂ ਬਾਅਦ 'ਚ ਤੁਸੀਂ ਪਰਮਾਤਮਾ ਹੋ ਜਾਣਾ। ਜਿਸ ਦਿਨ ਤੁਸੀਂ ਪਰਮਾਤਮਾ ਹੋ ਗਏ, ਰੱਬ ਹੋ ਗਏ, ਈਸ਼ਵਰ ਹੋ ਗਏ, ਉਦੋਂ ਤੁਸੀਂ ਦੁਬਾਰਾ ਸਰੀਰ 'ਚ ਨਹੀਂ ਆਓਗੇ, ਸਰੀਰ ਤੋਂ ਨਾਤਾ ਟੁੱਟ ਜਾਊਗਾ, ਨਹੀਂ ਹੋਊਗਾ। ਹੁਣ ਤੁਸੀਂ ਕਹੋਗੇ ਅਸੀਂ ਪਰਮਾਤਮਾ ਕਿਵੇਂ ਹੋ ਸਕਦੇ ਹਾਂ, ਅਸੀਂ ਪਰਮਾਤਮਾ ਕਿਵੇਂ ਹੋ ਸਕਦੇ ਹਾਂ। ਤੇ ਕਬੀਰ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਕਹਿੰਦਾ ਜੇ ਕੋਈ ਪ੍ਰਾਣੀ ਆਪਣੇ 'ਚ ਨਿਮਰਤਾ ਲਿਆ ਕੇ ਤੇ ਪਾਣੀ ਵਰਗਾ ਬਣ ਜਾਵੇ, ਜੇ ਅੰਦਰ ਕੋਈ ਆਪਣੇ ਨਿਮਰਤਾ ਲਿਆ ਕੇ ਪਾਣੀ ਵਰਗਾ ਬਣ ਜਾਵੇ, ਪਾਣੀ ਜਿਹੜਾ ਜਿਸ 'ਚ ਮਰਜ਼ੀ ਮਿਲਾ ਦੋ ਰੰਗ ਉੱਦਾਂ ਦਾ ਹੋ ਜਾਂਦਾ, ਕਹਿੰਦੇ ਉੱਦਾਂ ਦਾ ਹੋ ਜਾਵੇ, ਪਰ ਫਿਰ ਵੀ ਫਰਕ ਹੈ, ਰੱਬ ਵਰਗਾ ਨਹੀਂ ਹੋਇਆ। ਇੰਨੀ ਨਿਮਰਤਾ ਲਿਆ ਕੇ ਵੀ ਰੱਬ ਵਰਗੇ ਨਹੀਂ ਹੋਏਗਾ। ਕਹਿੰਦਾ ਕਿਉਂ? ਕਹਿੰਦੇ ਇੰਨੀ ਨਿਮਰਤਾ ਆ ਜਾਵੇ ਤੇ ਜੇ ਕਵੇ ਮੈਂ ਰੱਬ ਹੋ ਸਕਦਾ, ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਸੀਰਾ ਕਹਿੰਦੇ ਠੰਡੇ ਨੂੰ, ਤਾਤਾ ਕਹਿੰਦੇ ਗਰਮ ਨੂੰ। ਕਹਿੰਦੇ ਫਿਰ ਕੀ ਹੋਇਆ, ਤੂੰ ਪਾਣੀ ਵਰਗਾ ਹੋ ਗਿਆ, ਇੰਨੀ ਨਿਮਰਤਾ ਤੇਰੇ 'ਚ ਆ ਗਈ ਆ, ਪਰ ਫਿਰ ਵੀ ਕਹਿੰਦਾ ਪਾਣੀ ਕਦੀ ਠੰਡਾ ਹੁੰਦਾ ਤੇ ਕਦੀ ਤੱਤਾ ਹੋ ਜਾਂਦਾ। ਕਹਿੰਦਾ ਅਜੇ ਵੀ ਤੇਰੀ ਤਬਦੀਲੀ ਦੋ ਨੇ, ਨਿਮਰਤਾ ਲਿਆ ਕੇ ਵੀ ਕਦੀ ਕਦੇ ਮਨ ਵਿੱਚ ਗਰਮੀ ਆਉਂਦੀ ਹੈ ਤੇ ਕਦੀ ਨਿਮਰਤਾ ਆ ਜਾਂਦੀ, ਠੰਡਕ ਆ ਜਾਂਦੀ ਹੈ, ਅਜੇ ਵੀ ਮਨ ਵਿੱਚ ਫਰਕ ਹੈ, ਦੋ ਚੀਜ਼ਾਂ ਹੈਗੀਆਂ। ਫਿਰ ਕਬੀਰ ਸਾਹਿਬਾਨ ਕੀ ਕਹਿੰਦੇ ਆ, ਕਬੀਰ ਸਾਹਿਬਾਨ ਪਤਾ ਕੀ ਕਹਿਣ ਲੱਗੇ, ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਰੱਬ ਦਾ ਪਿਆਰਾ ਤੇ ਇਦਾਂ ਦਾ ਚਾਹੀਦਾ ਹੈ ਜਿੱਦਾਂ ਦਾ ਰੱਬ ਆ। ਹੁਣ ਲਓ ਸਾਹਿਬ, ਹੁਣ ਇੱਥੇ ਲਿਖਿਆ ਹਰ ਜਨ ਐਸਾ ਚਾਹੀਏ, ਚਾਹੀਦਾ ਜੈਸਾ ਹਰ ਹੀ ਹੋਏ, ਜਿਵੇਂ ਦਾ ਰੱਬ ਆ ਉਵੇਂ ਦਾ ਰੱਬ ਦਾ ਪਿਆਰਾ ਚਾਹੀਦਾ। ਹੁਣ ਦੱਸੋ ਵੀ ਰੱਬ ਵਰਗੇ ਤੁਸੀਂ ਹੋ ਸਕਦੇ ਹੋ ਨਾ, ਰੱਬ ਵਰਗੇ ਤੁਸੀਂ ਹੋ ਸਕਦੇ ਹੋ, ਰੱਬ ਤੁਸੀਂ ਹੋ ਸਕਦੇ ਹੋ, ਈਸ਼ਵਰ ਤੁਸੀਂ ਹੋ ਸਕਦੇ ਹੋ, ਪਰ ਮਨੁੱਖ ਦਾ ਜਨਮ ਮਿਲਿਆ ਕਦ ਲਈ? ਮਨੁੱਖ ਦਾ ਜਨਮ ਮਿਲਿਆ ਕਦ ਲਈ ਹੈ? ਵਿਚਾਰ ਕਰਨਾ, ਭਈ ਪ੍ਰਾਪਤ ਮਾਨ ਖੁਦਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਮਿਲਣ ਕੀ ਲਿਖਿਆ, ਹੁਣ ਮਿਲਣ ਦਾ ਮਤਲਬ ਕੀ? ਕਹਿੰਦੇ ਮਨਾ ਤੈਨੂੰ ਮਨੁੱਖ ਦਾ ਸਿਰ ਪ੍ਰਾਪਤ ਹੋਇਆ, ਕਹਿੰਦਾ ਹੋ ਗਿਆ, ਕਦ ਲਈ ਹੋਏਗੀ ਪਤਾ ਹੀ? ਕਹਿੰਦਾ ਜੀ ਨਹੀਂ। ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ। ਹੁਣ ਮਿਲਣਾ ਕੀ ਹੈ? ਕਦੀ ਵਿਚਾਰ ਕਰਨਾ ਜ਼ਿੰਦਗੀ ਅੰਦਰ ਆਪ ਜੀ,
ਮਿਲਾਪ ਕਿੱਥੋਂ ਆ? ਮਿਲਾਪ ਸੁਭਾਅ ਤੋਂ। ਦੋਸਤੀ ਸੁਭਾਅ ਤੋਂ ਆ, ਮਿੱਤਰਤਾ ਸੁਭਾਅ ਤੋਂ ਆ। ਅਗਰ ਤੁਹਾਡਾ ਸੁਭਾਅ ਨਹੀਂ ਰਲਦਾ, ਕਦੀ ਮਿੱਤਰਤਾ ਨਹੀਂ ਹੋ ਸਕਦੀ, ਕਦੀ ਦੋਸਤੀ ਨਹੀਂ ਹੋ ਸਕਦੀ। ਗੁਰੂ ਪਿਆਰਿਓ, ਬਿਨਾਂ ਸ਼ੱਕ ਕਿਸੇ ਵੇਲੇ ਆਪਾਂ ਕਹਿ ਦਿੰਦੇ ਹਾਂ ਧੀ ਪੁੱਤਰ ਦਾ ਵਿਆਹ ਕਰ ਦਈਏ। ਸਭ ਤੋਂ ਪਹਿਲਾਂ ਵੇਖਣ ਲੱਗੇ ਜਾਤ ਇੱਕ ਆ, ਇੱਕ ਆ ਧਰਮ, ਇੱਕ ਆ, ਇੱਕ ਆ। ਕਰਦੇ ਹੋਏ ਕਰਤਾ। ਜਾਤ ਇੱਕ ਆ, ਧਰਮ ਇੱਕ ਆ, ਪਰ ਸੁਭਾਅ ਇੱਕ ਨਹੀਂ। ਸੁਭਾਅ ਇੱਕ ਨਹੀਂ, ਸੁਭਾਅ ਨਹੀਂ ਰਲਦਾ। ਕੁਝ ਮਹੀਨਿਆਂ ਬਾਅਦ ਹੀ ਆਵਾਜ਼ ਆਉਣ ਲੱਗ ਪਊਗੀ, ਉਹਨਾਂ ਦੋਨਾਂ ਜੀਆਂ ਦੀ ਬਣਦੀ ਨਹੀਂ। ਕਿੱਥੋਂ ਨਹੀਂ ਬਣਦੀ? ਸੁਭਾਅ ਤੋਂ ਨਹੀਂ ਬਣਦੀ, ਸੁਭਾਅ ਤੋਂ ਨਹੀਂ ਬਣਦੀ। ਗੁਰੂ ਪਿਆਰਿਓ, ਪਰਿਵਾਰ ਇੱਕ ਆ, ਘਰ ਦੇ ਵਿੱਚ ਰਹਿੰਦਾ ਹੈ, ਪਰਿਵਾਰ ਇੱਕ ਆ, ਭਰਾ ਭਰਾ ਦੋਨੋਂ ਨੇ, ਇੱਕ ਘਰ ਵਿੱਚ ਰਹਿੰਦੇ ਨੇ, ਇੱਕ ਮਾਂ ਪਿਓ ਦੇ ਜਾਏ ਨੇ, ਪਰ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਸੁਭਾਅ ਇੱਕ ਨਹੀਂ ਹੈ, ਸੁਭਾਅ ਇੱਕ ਨਹੀਂ। ਨਿੱਕਾ ਕਹਿੰਦਾ ਵੱਡੇ ਨੂੰ ਤੇਰੇ ਨਾਲ ਨਹੀਂ ਰਹਿਣਾ, ਵੱਡਾ ਕਹਿੰਦਾ ਨਿੱਕੇ ਨੂੰ ਤੇਰੇ ਨਾਲ ਨਹੀਂ ਰਹਿਣਾ। ਮਾਂ ਤੇ ਬਾਪ ਪੁੱਛਦੇ ਗੱਲ ਕੀ ਹੋਈ, ਕਿਉਂ ਨਿੱਕਿਆ ਤੂੰ ਇਹਦੇ ਨਾਲ ਨਹੀਂ ਰਹਿਣਾ? ਕਹਿੰਦਾ ਇਹ ਤਾਂ ਮੇਰਾ ਸੁਭਾਅ ਨਹੀਂ ਰਲਦਾ। ਇਹਦਾ ਮਤਲਬ ਕਿਸੇ ਦੇ ਨਾਲ ਰਹਿਣ ਲਈ ਸਭ ਤੋਂ ਉੱਤਮ ਦਾਤਾ ਸੁਭਾਅ ਹੋਣਾ। ਤੇ ਕਬੀਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ ਪਾਣੀ ਤੇ ਬਣ ਜਾਵਾਂਗੇ, ਪਰ ਪਾਣੀ ਦਾ ਸੁਭਾਅ ਦੋ ਨੇ, ਕਦੀ ਤੱਤਾ ਹੋ ਜਾਂਦਾ, ਕਦੀ ਠੰਡਾ ਹੋ ਜਾਂਦਾ। ਪਰ ਰੱਬ ਨਾਲ ਮਿਲਾਪ ਹੋ ਸਕਦਾ ਹੈ ਜਿੱਦਣ ਸਾਡਾ ਸੁਭਾਅ ਰੱਬ ਵਰਗਾ ਹੋ ਜਾਏ, ਜਦੋਂ ਸੁਭਾਅ ਰੱਬ ਵਰਗਾ ਹੋ ਸਕਦਾ ਹੈ। ਤੇ ਗੁਰੂ ਸਾਹਿਬ ਹੁਣ ਕਹਿਣ ਲੱਗੇ ਭਾਈ ਜ਼ਿੰਦਗੀ 'ਚ ਵਿਚਾਰ ਕਰਨਾ, ਜੇ ਤੇਰਾ ਸੁਭਾਅ ਰੱਬ ਵਰਗਾ ਹੋ ਜਾਏ। ਤੇ ਕਬੀਰ ਸਾਹਿਬ ਨੇ ਬੜੀ ਵਧੀਆ ਗੱਲ ਕਹਿ ਦਿੱਤੀ। ਹੋਰ ਕੀ ਕਹਿੰਦੇ? ਕਹਿੰਦੇ ਆਓ ਤੁਹਾਨੂੰ ਮੈਂ ਦੱਸਾਂ ਮੈਂ ਰੱਬ ਵਰਗਾ ਹੋ ਗਿਆ। ਕਬੀਰ ਸਾਹਿਬ ਨੇ ਗੱਜ ਕੇ ਕਿਹਾ, ਕਹਿੰਦੇ ਆਓ ਦੱਸਾਂ ਮੈਂ ਰੱਬ ਵਰਗਾ ਹੋ ਗਿਆ। ਕਿਵੇਂ ਹੋ ਗਏ ਹੋ? ਕਹਿੰਦੇ ਅੱਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਅੱਬ ਤੋਂ ਜਾਏ ਚੜ੍ਹੇ ਸਿੰਘਾਸਣ, ਸਿੰਘਾਸਣ ਕਿਹਨੂੰ ਕਹਿੰਦੇ ਆ? ਤਖਤ ਨੂੰ, ਉਸ ਅਵਸਥਾ ਨੂੰ, ਦਸਵੇਂ ਦੁਆਰ ਨੂੰ। ਕਬੀਰ ਜੀ ਕਹਿੰਦੇ ਅੱਬ ਤੋਂ ਜਾਏ ਚੜ੍ਹੇ ਸਿੰਘਾਸਣ, ਕਹਿੰਦੇ ਹੁਣ ਮੇਰੀ ਬਿਰਤੀ ਏਡੀ ਉੱਚੀ ਹੋ ਗਈ, ਮੈਂ ਜਾ ਕੇ ਤਖਤ ਤੇ ਬਹਿ ਗਿਆ, ਸਿੰਘਾਸਣ ਤੇ ਬਹਿ ਗਿਆ। ਜਦੋਂ ਮੈਂ ਸਿੰਘਾਸਣ ਦੇ ਬੈਠਾ ਦਸਮ ਦੁਆਰ ਵਿੱਚ ਪਹੁੰਚਿਆ, ਕਹਿੰਦਾ ਹੋਇਆ ਕੀ? ਕਹਿੰਦਾ ਮਿਲੇ ਹੈ ਸਾਰੰਗ ਪਾਣੀ। ਕਹਿੰਦਾ ਉੱਥੇ ਜਾ ਕੇ ਮੈਂ ਪਰਮਾਤਮਾ 'ਚ ਮਿਲ ਗਿਆ, ਮੈਂ ਪਰਮਾਤਮਾ 'ਚ ਲੀਨ ਹੋ ਗਿਆ, ਪਰਮਾਤਮਾ 'ਚ ਲੀਨ ਹੋ ਗਿਆ। ਪੱਕਾ? ਕਹਿੰਦੇ ਹਾਂ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਕਹਿੰਦੇ ਕਬੀਰ ਤੇ ਪਰਮਾਤਮਾ ਦੋਨੋਂ ਇੱਕ ਹੋ ਗਏ। ਕਹਿੰਦਾ ਮੇਰਾ ਸੁਭਾਅ ਉਹਦੇ ਵਰਗਾ ਹੋ ਗਿਆ। ਕਹਿੰਦੇ ਮੈਂ ਉੱਥੇ ਜਦੋਂ ਪਹੁੰਚਿਆ, ਪਰਮਾਤਮਾ ਤੇ ਕਬੀਰ ਕਹਿੰਦੇ ਇੱਕ ਹੋ ਗਏ। ਕਹਿੰਦੇ ਮੈਂ ਕੀ ਕਰਾਂ? ਉਹ ਜਿੱਦਾਂ ਰੱਬ ਦੀ ਪਛਾਣ ਨਹੀਂ ਹੋਣ ਡਈ, ਉੱਦਾਂ ਕਹਿੰਦੇ ਹੁਣ ਮੇਰੀ ਵੀ ਕਿਸੇ ਨੂੰ ਪਛਾਣ ਨਹੀਂ ਆਉਂਦੀ। ਮੈਂ ਤੇ ਰੱਬ ਇੱਕ ਹੋ ਗਿਆ, ਕੋਈ ਨਾ ਸਕੇ ਪਛਾਣੀ, ਕਿਸੇ ਕੋ ਨਹੀਂ ਪਛਾਣਿਆ ਜਾ ਰਿਹਾ। ਕਿਉਂ? ਵਿਚਾਰ ਕਰਨ ਵਾਲੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ ਜਿਹੜੀ ਸੀ ਵਿਚਾਰ ਨਹੀਂ ਕੀਤੀ। ਵਿਚਾਰ ਕਿਉਂ ਨਹੀਂ ਕੀਤੀ? ਕਿਉਂਕਿ ਗਿਆਨ ਦੇ ਅਧੀਨ ਸਾਡੀ ਬਿਰਤੀ ਨਹੀਂ ਆਈ, ਸਾਡੀ ਬਿਰਤੀ ਗਿਆਨ ਦੇ ਅਧੀਨ ਨਹੀਂ ਆਈ। ਅਸੀਂ ਹੁਕਮ ਨੂੰ ਮੰਨਿਆ ਨਹੀਂ ਵੀ ਜੋ ਕੁਝ ਹੋ ਰਿਹਾ ਇਹ ਹੁਕਮ ਵਿੱਚ ਹੋ ਰਿਹਾ, ਹੁਕਮ ਵਿੱਚ ਹੋ ਰਿਹਾ। ਕਿਸ ਤਰ੍ਹਾਂ ਵਿਚਾਰ ਕਰਨਾ? ਗੁਰਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਜਗ੍ਹਾ ਤੇ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਨਿੰਦੋ ਨਾਹੀ ਕਾਹੂ ਬਾਤੇ, ਨਿੰਦੋ ਨਾਹੀ ਕਾਹੂ ਬਾਤੇ, ਇਹ ਖਸਮ ਕਾ ਕੀਆ। ਉਹ ਕਹਿੰਦਾ ਕਿਸੇ ਦੀ ਨਿੰਦਿਆ ਨਾ ਕਰਿਓ, ਐਵੇਂ ਨਾ ਭੁਲੇਖੇ 'ਚ ਪੈ ਜਾਓ। ਅੱਜ ਜਿਹੜਾ ਸਾਡੇ ਮਨ 'ਚ ਵਹਿਮ ਪੈ ਜਾਂਦਾ, ਮਾੜਾ ਜਿਹਾ ਕੋਈ ਦੁੱਖ ਆ ਜਾਂਦਾ, ਕਈ ਵਾਰੀ ਅਸੀਂ ਕਹਿੰਦੇ ਸਾਡੇ ਕਿਤੇ ਗੁਆਂਢੀ ਨੇ ਕੁਝ ਕੀਤਾ ਨਾ ਹੋਵੇ, ਮਾੜਾ ਜਿਹਾ ਕੋਈ ਸਾਡਾ ਕੰਮ ਕਾਰ ਬੰਦ ਹੋ ਗਿਆ ਤਾਂ ਸਾਨੂੰ ਇੱਕ ਮਨ 'ਚ ਆ ਜਾਂਦਾ, ਨਹੀਂ ਲੱਗਦਾ ਕਿਸੇ ਨੇ ਸਾਡਾ ਕੰਮ ਬੰਦ ਦਿੱਤਾ। ਲੱਗ ਗਿਆ, ਕੋਈ ਨਜ਼ਰ ਲੱਗ ਗਈ, ਲੱਗ ਗਿਆ, ਆ ਹੋ ਗਿਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਨਿੰਦੋ ਨਹੀਂ ਕਾਹੂ ਲੋਗੋ, ਇਹ ਖਸਮ ਕਾ ਕੀਆ। ਉਹ ਕਹਿੰਦੇ ਨਿੰਦਿਆ ਨਾ ਕਰੋ ਕਿਸੇ ਦੀ, ਕਿਸੇ ਵੀ ਬਾਤ ਨਾਲ, ਕਿਸੇ ਵੀ ਬਹਾਨੇ ਨਾਲ, ਕਿਸੇ ਵੀ ਗੱਲ ਨਾਲ ਕਿਸੇ ਦੀ ਨਿੰਦਿਆ ਨਾ ਕਰੋ। ਇਹ ਖਸਮ ਕਾ ਕੀਆ। ਕਹਿੰਦੇ ਸਭ ਕੁਝ ਪਰਮਾਤਮਾ ਦਾ ਕੀਤਾ ਹੈ, ਨਾ ਨਿੰਦਿਆ ਕਰੀ ਜੋ ਫਲਾਣੇ ਨੇ ਕੀਤਾ, ਟਮਕਾਣੇ ਨੇ ਕੀਤਾ, ਕਿਸੇ ਨੇ ਕੁਛ ਨਹੀਂ ਕੀਤਾ, ਜਿਹਨੇ ਕੀਤਾ ਜੋ ਕੁਝ ਕੀਤਾ ਰੱਬ ਨੇ ਕੀਤਾ। ਔਖਾ ਹੈ,
ਔਖਾ ਹੈ, ਬੜਾ ਔਖਾ ਹੈ। ਏਡੀ ਵੱਡੀ ਗੱਲ ਕਹਿਣੀ, ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਕਿਸੇ ਸੱਜਣ ਦੀ ਲੱਤ ਬਾਂਹ ਕੱਟ ਜਾਵੇ ਤੇ ਉਹਨੂੰ ਜਾ ਕੇ ਕਹਿ ਦੇਵੇ ਕਾਹਨੂੰ ਰੋਣ ਡਿਆ, ਰੱਬ ਨੇ ਕੀਤਾ। ਉਹ ਪਤਾ ਕਹਿੰਦਾ ਐਕਸੀਡੈਂਟ ਤੇ ਮੇਰਾ ਫਲਾਣੇ ਨਾਲ ਹੋਇਆ, ਤੂੰ ਕਹਿੰਦਾ ਰੱਬ ਨੇ ਕੀਤਾ। ਔਖਾ ਬੜਾ ਹੈ, ਔਖਾ ਬੜਾ ਕਹਿਣਾ ਵੀ ਜਿਹਦੇ ਨਾਲ ਮੇਰਾ ਐਕਸੀਡੈਂਟ ਹੋਇਆ, ਜਿਹਨੇ ਮੇਰੇ ਨਾਲ ਐਕਸੀਡੈਂਟ ਕਰਕੇ ਮੇਰੀ ਲੱਤ ਕੱਟੀ ਹੈ ਨਾ, ਉਹ ਰੱਬ ਨਹੀਂ ਹੈ। ਗੁਰੂ ਪਿਆਰਿਓ, ਉਸ ਦਾ ਉਹ ਰੱਬ ਹੋਵੇ, ਲੱਤ ਕੱਟੀ ਜਾਣੀ ਹੋਵੇ ਤੁਹਾਡੀ, ਤਾਂ ਸਿਰਫ ਇੱਕ ਪੈਰ ਹੀ ਕੱਟਿਆ ਗਿਆ, ਜਿਹੜਾ ਕਿ ਜੁੜ ਵੀ ਸਕਦਾ ਹੈ, ਜਿਹੜਾ ਕਿ ਕਿਸੇ ਸਹਾਰੇ ਤੁਰ ਵੀ ਸਕਦਾ ਹੈ। ਜੇ ਪੂਰੀ ਲੱਤ ਕੱਟੀ ਜਾਂਦੀ ਤਾਂ ਤੁਸੀਂ ਕੀ ਵਿਗਾੜ ਲੈਣਾ ਸੀ। ਪਰ ਔਖਾ ਹੈ ਕਹਿਣਾ, ਔਖਾ ਬੜਾ। ਪਤਾ ਕਿਉਂ ਕਹਿਣਾ ਔਖਾ ਹੈ, ਵਿਚਾਰ ਕਰਨਾ ਔਖਾ ਇਸ ਕਰਕੇ ਆ ਕਹਿਣਾ, ਕਿਉਂਕਿ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਪਏ ਨੇ, ਕਹਿੰਦੇ ਸਾਡੀ ਮਨ ਬਿਰਤੀ ਅੰਦਰ ਚੀਜ਼ ਟਿਕ ਜਾਂਦੀ ਆ ਕੇ ਵੀ ਨਹੀਂ, ਇਹ ਕਿਸੇ ਦਾ ਕੀਤਾ ਹੋਇਆ ਹੈ, ਇਹ ਕਿਸੇ ਦਾ ਕੀਤਾ ਹੋਇਆ। ਜੇ ਗੁਰੂ ਨਿੰਦੋ ਨਾਹੀਂ ਕਾਹੂ ਬਾਤੇ, ਕਹਿੰਦੇ ਕਿਸੇ ਵੀ ਬਾਤ ਨਾਲ, ਕਿਸੇ ਵੀ ਗੱਲ ਦੇ ਨਾਲ ਕਿਸੇ ਦੀ ਨਿੰਦਿਆ ਨਾ ਕਰ। ਕਹਿੰਦਾ ਕਿਉਂ, ਕਹਿੰਦਾ ਇਹ ਖਸਮ ਕਾ ਕੀਆ, ਕਹਿੰਦਾ ਸਭ ਕੁਝ ਪਰਮਾਤਮਾ ਦਾ ਕੀਤਾ ਹੋਇਆ, ਪਰਮਾਤਮਾ ਦਾ ਖਲਾਰਾ ਪਾਇਆ ਹੋਇਆ, ਐਵੇਂ ਨਾ ਭੁਲੇਖੇ 'ਚ ਪਈ ਜਾ, ਐਵੇਂ ਨਾ ਤੂੰ ਇਹ ਕੰਮ ਕਰ। ਜਿੱਦਣ ਤੇਰੀ ਗਿਆਨ ਦੇ ਅਧੀਨ ਤੇਰੀ ਬਿਰਤੀ ਆਉਂਦੀ ਗਈ, ਇਹ ਤੈਨੂੰ ਗੱਲਾਂ ਸਮਝ ਲੱਗਣ ਲੱਗ ਪਈਆਂ ਕਿ ਜੋ ਕੁਝ ਕਰ ਰਿਹਾ ਪਰਮਾਤਮਾ ਕਰ ਰਿਹਾ। ਜਿਵੇਂ ਜਿਵੇਂ ਤੇਰੀ ਮਨ ਬਿਰਤੀ ਇੱਥੇ ਅਵਸਥਾ 'ਚ ਆਉਂਦੀ ਗਈ, ਤੇਰੇ ਅੰਦਰ 'ਚ ਤਬਦੀਲੀ ਆਉਂਦੀ ਜਾਏਗੀ। ਤੈਨੂੰ ਇਹ ਗੱਲ ਸਮਝ ਲੱਗਣ ਲੱਗੇਗੀ ਕਿ ਮੈਨੂੰ ਨਿੰਦਿਆ ਕਰਨ ਦੀ ਲੋੜ ਨਹੀਂ ਹੈ ਕਿਸੇ ਦੀ ਵੀ, ਜੋ ਕੁਝ ਹੋ ਰਿਹਾ ਇਹ ਪਰਮਾਤਮਾ ਦਾ ਕੀਤਾ ਹੋ ਰਿਹਾ। ਗੱਲ ਸੱਚ ਆ। ਅੱਜ ਅਸੀਂ ਕਹਿੰਦੇ ਉਹਨੇ ਕਰਤਾ, ਫਲਾਣੇ ਨੇ ਕਰਤਾ। ਗੁਰੂ ਪਿਆਰਿਓ ਨਹੀਂ, ਵਿਚਾਰਨ ਵਾਲੀ ਗੱਲ ਜੇ। ਦੇਖੋ ਹੁਣ ਗੱਲ ਕਿੱਥੇ ਆ, ਬੜੀ ਹੈਰਾਨਗੀ ਵਾਲੀ ਗੱਲ, ਜਦੋਂ ਆਪਾਂ ਕੋਈ ਸੱਜਣ ਕਹਿੰਦਾ, ਗੁਰਸਿੱਖ ਪਿਆਰਾ ਵੀ ਕਹਿੰਦਾ ਵੀ ਯਾਰ ਦੇਖੋ ਤੁਸੀਂ ਇੱਦਾਂ ਕਰੋ, ਤੁਸੀਂ ਇੱਦਾਂ ਕਰੋ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ। ਕੋਈ ਕਹਿੰਦਾ ਪਰਮਾਤਮਾ ਨੂੰ ਕਹੋ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ। ਪੰਕਤੀਆਂ ਤੇ ਰੋਜ਼ ਪੜ੍ਹਦੇ ਆ, ਬਿਨ ਬੋਲੇ ਆ ਸਭ ਕੁਝ ਜਾਣਦਾ, ਕਿਸ ਆਗੇ ਕੀ ਚੀਜ਼ ਅਰਦਾਸ ਹੁੰਦੀ, ਬਿਨਾਂ ਬੋਲਿਆ ਹੀ ਪਤਾ। ਫਿਰ ਅਗਲੀ ਗੱਲ ਕਿ ਜਿਹੜਾ ਦੁੱਖ ਤੇ ਸੁੱਖ ਪਰਮਾਤਮਾ ਆਪ ਦੇ ਰਿਹਾ, ਤੇ ਗੁਰੂ ਪਿਆਰਿਓ ਉਹਨੂੰ ਦੁੱਖ ਨੂੰ ਸੁੱਖ 'ਚ ਕਦੋਂ ਬਦਲਣਾ, ਸੁੱਖ ਨੂੰ ਦੁੱਖ 'ਚ ਕਦੋਂ ਬਦਲਦਾ, ਤਾਂ ਉਹਨੂੰ ਪਤਾ, ਆਪੇ ਕਰੇਗਾ, ਕਰੇਗਾ, ਇਹ 'ਚ ਕੋਈ ਸ਼ੱਕ ਹੀ ਨਹੀਂ। ਠੀਕ ਹੈ, ਸਿਰਫ ਵਿਚਾਰਨ ਵਾਲੀ ਗੱਲ ਸੀਗੀ, ਅਸੀਂ ਵਿਚਾਰਿਆ ਨਹੀਂ, ਸਾਨੂੰ ਲੋੜ ਨਹੀਂ ਪਈ। ਠੀਕ ਹੈ, ਹੁਣ ਗੁਰੂ ਸਾਹਿਬਾਨ ਕੀ ਕਹਿੰਦੇ, ਕਹਿਣ ਲੱਗੇ ਭਾਈ ਇੱਕ ਗੱਲ ਚਿੱਤਰ ਵਿਚਾਰ ਕੇ ਦੇਖ, ਅਸਲ 'ਚ ਹੈ ਕੀ ਆ, ਤੇਰੀ ਮਨ ਬਿਰਤੀ ਟਿਕ ਗਈ ਕਿਤੇ ਹੋਰ। ਕਹਿੰਦਾ ਕਿੱਥੇ ਟਿਕ ਗਈ, ਤੇ ਕਬੀਰ ਸਾਹਿਬਾਨ ਕਹਿਣ ਲੱਗੇ, ਕਬੀਰ ਸਾਹਿਬਾਨ ਕਹਿਣ ਲੱਗੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿਤਰੇ ਚੇਤੋ ਚਿਤਕਾਰੀ। ਚੱਚਾ ਰਚਿਤ ਚਿੱਤਰ ਹੈ ਭਾਰੀ। ਭਗਤ ਕਬੀਰ ਸਾਹਿਬਾਨ ਕਹਿਣ ਲੱਗੇ ਜਿਹੜਾ ਚੱਚਾ ਅੱਖਰ ਤੁਸੀਂ ਰੋਜ਼ ਪੜ੍ਹਦੇ ਹੋ, ਇੱਕ ਅੱਖਰ ਚੱਚਾ ਤੁਸੀਂ ਰੋਜ਼ ਪੜ੍ਹਦੇ ਹੋ, ਊੜਾ ਐੜਾ ਜਦੋਂ ਪੜ੍ਹਦੇ ਚੱਚਾ ਅੱਖਰ ਆਉਂਦਾ, ਕਹਿੰਦੇ ਇੱਕ ਚੱਚਾ ਜਿਹੜਾ ਅੱਖਰ ਹੈ ਤੁਸੀਂ ਕਿਸੇ ਨਾਲ ਜੋੜ ਕੇ ਤੇ ਪੜ੍ਹਦੇ ਹੋ। ਠੀਕ ਆ, ਵੀ ਕਿੱਦਾਂ ਪੜ੍ਹਦੇ ਹੋ, ਚਿੱਚੇ ਦੇ ਨਾਲ ਕੰਨਾ ਲਾ ਕੇ ਗਏ, ਰਾਰਾ ਲਾਤਾ, ਚਾਰ ਬਣ ਗਏ। ਠੀਕ ਹੈ, ਹੁਣ ਉਹ ਚਾਰ ਅੱਖਰ ਲਿਖੇ ਤੇ ਤੁਸੀਂ ਕਹਿੰਦੇ ਹੋ ਵੀ ਚਾਰ ਬਣ ਗਏ, ਚੱਚੇ ਦੱਸਿਆ ਚਾਰ। ਪਰ ਭਗਤ ਕਬੀਰ ਜੀ ਕਹਿਣ ਲੱਗੇ, ਕਹਿੰਦੇ ਇੱਕ ਚੱਚਾ ਅੱਖਰ ਆਪਣੇ ਆਪ ਦੇ ਅੰਦਰ ਇੱਕ ਅਨੁਭਵੀ ਗਿਆਨ ਛੁਪਾ ਕੇ ਬੈਠਾ ਹੈ, ਕੱਲਾ ਅੱਖਰ। ਜਿਹੜਾ ਗੁਰੂ ਜੀ ਨੇ ਕਿਹਾ ਨਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ। ਆਪਾਂ ਕੀ ਕਹਿੰਦੇ ਆ, ਲੈ ਇੱਕ ਅੱਖਰ ਨਾਲ ਕੀ ਬਣ ਜਾਣਾ। ਕਬੀਰ ਸਾਹਿਬ ਕਹਿੰਦੇ ਕਿ ਚੱਚਾ ਅੱਖਰ ਆਪਣੇ ਅੰਦਰ ਕੀ ਛੁਪਾ ਕੇ ਬੈਠਾ। ਦੇਖੋ ਕੀ ਕਹਿ ਰਿਹਾ ਚੱਚਾ ਅੱਖਰ, ਕਹਿੰਦੇ ਚੱਚਾ ਅੱਖਰ ਕਹਿ ਰਿਹਾ ਹੈ ਰਚਿਤ ਚਿੱਤਰ ਹੈ ਭਾਰੀ। ਰਚਿਤ ਕੀ ਹੈ, ਬਣਾਉਣ ਵਾਲਾ, ਚਿੱਤਰ ਹੈ ਭਾਰੀ, ਚਿੱਤਰ ਤਸਵੀਰ, ਭਾਰੀ ਬਹੁਤ ਵੱਡੀ। ਕਹਿੰਦੇ ਜਿਹੜਾ ਸਾਰਾ ਸੰਸਾਰ ਹੈ ਨਾ, ਇਹ ਉਸ ਪਰਮਾਤਮਾ ਦੀ ਬਣਾਈ ਇੱਕ ਬੜੀ ਵੱਡੀ ਫੋਟੋ ਹੈ, ਬੜਾ ਵੱਡਾ ਚਿੱਤਰ ਹੈ, ਬੜੀ ਵੱਡੀ ਤਸਵੀਰ ਬਣਾਈ ਉਹਨੇ। ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ, ਇਹ ਉਸ ਅਕਾਲ ਪੁਰਖ ਪਰਮਾਤਮਾ ਨੇ ਇੱਕ ਬੜਾ ਵੱਡਾ ਚਿੱਤਰ ਬਣਾਇਆ ਹੈ, ਇੱਕ ਫੋਟੋ ਬਣਾਈ ਹੈ। ਕਹਿੰਦੇ ਤਜ ਚਿੱਤਰੇ, ਤਜ ਚਿੱਤਰੇ ਚੇਤੋ ਚਿੱਤਕਾਰੀ। ਧਿਆਨ ਦਿਓ, ਤਜ ਚਿੱਤਰੇ, ਤਜ ਦਾ ਮਤਲਬ ਛੱਡ ਦੇਣਾ। ਕਹਿੰਦੇ ਭਾਈ ਗੱਲ ਸੁਣ, ਜੇ ਕਿਸੇ ਦੇ ਘਰ ਫੋਟੋ ਲੱਗੀ ਵੇਖ ਲਈਏ, ਜੇ ਕਿਸੇ ਦੇ ਘਰ ਫੋਟੋ ਲੱਗੀ ਵੇਖ ਲਈਏ ਤੇ ਫੋਟੋ ਪਸੰਦ ਆ ਜਾਏ,
ਕੀ ਕਹੀਦਾ? ਭਾਈ ਸਾਹਿਬ ਫੋਟੋ ਬਹੁਤ ਸੋਹਣੀ ਬਣਾਈ ਹੈ। ਹੁਣ ਉਹਦੀ ਫੋਟੋ ਬਹੁਤ ਸੋਹਣੀ ਬਣਾਈ ਹੈ, ਫੋਟੋ ਮੈਨੂੰ ਚੰਗੀ ਲੱਗ ਗਈ ਹੈ, ਬਹੁਤ ਚੰਗੀ, ਪਰ ਕਰਾਂ ਕੀ? ਹੁਣ ਜਿਹੜੀ ਫੋਟੋ ਉਹਨਾਂ ਕੋਲ ਇੱਕੋ ਹੀ ਹੈ, ਕਿਹਦੀ ਖੋਜ ਕਰਾਂਗਾ ਫਿਰ? ਫੋਟੋ ਵੱਲ ਨਹੀਂ, ਜਿਹਨੇ ਫੋਟੋ ਬਣਾਈ ਹੈ। ਤੇ ਕਬੀਰ ਸਾਹਿਬ ਕਹਿੰਦੇ ਚੱਚੇ ਅੱਖਰ ਵਿੱਚ ਕੀ ਲਿਖਿਆ ਹੈ? ਚੱਚਾ ਅੱਖਰ ਕਹਿੰਦਾ ਤਜ ਚਿੱਤਰੇ, ਕਹਿੰਦਾ ਤਜ ਇਸ ਸੰਸਾਰ ਨੂੰ, ਛੱਡ ਇਸ ਸੰਸਾਰ ਨੂੰ, ਇਸ ਫੋਟੋ ਨੂੰ ਛੱਡ, ਚਿੱਤੋ ਚਿਤਕਾਰੀ, ਕਹਿੰਦੇ ਉਹਨੂੰ ਚੇਤੇ ਕਰ ਜਿਹਨੇ ਇਹ ਫੋਟੋ ਬਣਾਈ ਹੈ, ਜਿਹਨੇ ਸੰਸਾਰ ਬਣਾਇਆ, ਉਹਨੂੰ ਚੇਤੇ ਕਰ। ਤੂੰ ਤੇ ਸੰਸਾਰ ਦੀ ਚੀਜ਼ਾਂ ਨੂੰ ਚੇਤੇ ਕਰੀ ਜਾਣਦੇ, ਤੂੰ ਤੇ ਸੰਸਾਰ ਨੂੰ ਚੇਤੇ ਕਰੀ ਜਾਣਦੇ। ਕਹਿੰਦਾ ਜਿਹਨੇ ਇਹ ਫੋਟੋ ਬਣਾਈ ਹੈ ਨਾ, ਕਹਿੰਦਾ ਉਹਨੂੰ ਚੇਤੇ ਕਰ। ਜੇ ਕਿਤੇ ਤੈਨੂੰ ਉਹ ਚੇਤੇ 'ਚ ਆ ਗਿਆ ਤਾਂ ਇਹੋ ਜਿਹੀਆਂ ਫੋਟੋਆਂ ਤੇ ਪਤਾ ਨਹੀਂ ਤੈਨੂੰ ਕਿੰਨੀਆਂ ਹੋਰ ਬਣਾ ਕੇ ਦੇ ਦੇਣੀਆਂ ਉਹਨੇ, ਤੇਰੀ ਝੋਲੀ 'ਚ ਪਤਾ ਨਹੀਂ ਕੀ ਕੀ ਪਾ ਦੇਣਾ ਉਹਨੇ। ਫਿਰ ਕੀ ਕਹਿਣ ਲੱਗੇ? ਕਹਿੰਦੇ ਚਿੱਤਰ ਬਚਿੱਤਰ ਇਹ ਅਵਚੇਰਾ, ਚਿੱਤਰ ਬਚਿੱਤਰ ਇਹ ਅਵਚੇਰਾ, ਠੀਕ ਹੈ। ਅਵਚੇਰਾ ਕਿਹਨੂੰ ਕਹਿੰਦੇ? ਝਮੇਲਾ। ਚਿੱਤਰ ਕਿਹਨੂੰ ਕਹਿੰਦੇ? ਫੋਟੋ ਨੂੰ। ਤੇ ਬਚਿੱਤਰ ਕਿਹਨੂੰ ਕਹਿੰਦੇ ਆ? ਮੋਹ ਲੈਣ ਵਾਲੀ। ਕਹਿੰਦਾ ਉਹ ਕਿਸੇ ਘਰ ਫੋਟੋ ਲੱਗੀ ਸੀਗੀ, ਉਹ ਬੜੀ ਪਿਆਰੀ ਸੀਗੀ, ਮੈਂ ਜਦੋਂ ਵੇਖੀ ਤੇ ਮੈਂ ਤੇ ਮੋਹਿਆ ਹੀ ਗਿਆ, ਮੈਨੂੰ ਤਾਂ ਦਿਲ ਕਰੇ ਮੈਂ ਚੁੱਕ ਲਵਾਂ, ਇਹ ਤੁਸੀਂ ਫੋਟੋ ਮੈਨੂੰ ਦੇ ਦਿਓ, ਤੇ ਫੋਟੋ ਬੜੀ ਪਿਆਰੀ, ਪਰ ਕੀ ਕਰਾਂ? ਉਹ ਕਹਿਣ ਵੀ ਨਹੀਂ ਜੀ ਅਸੀਂ ਬੜੀ ਮੁਸ਼ਕਿਲ ਨਾਲ ਬਣਵਾਈਆਂ ਤੇ ਅਸੀਂ ਦੇ ਨਹੀਂ ਸਕਦੇ। ਔਰ ਗੱਲ ਵੀ ਸਹੀ ਹੈ ਵੀ ਜੇ ਤੈਨੂੰ ਫੋਟੋ ਚਾਹੀਦੀ ਹੈ, ਤੈਨੂੰ ਚੰਗੀ ਲੱਗੀ ਹੈ, ਤੇ ਤੂੰ ਫੋਟੋ ਵਾਲੇ ਮਗਰ ਭੱਜੇ ਨੇ ਬਣਾਈ ਹੈ। ਭਗਤ ਕਬੀਰ ਜੀ ਕਹਿੰਦੇ ਚਿੱਚਾ ਅੱਖਰ ਵੇਖੋ ਕਿੰਨੀਆਂ ਗੱਲਾਂ ਕਰਦਾ ਜੇ, ਚਿੱਚਾ ਅੱਖਰ ਕਿੰਨਾ ਅਨੁਭਵੀ ਗਿਆਨ ਛੁਪਾ ਕੇ ਬੈਠਾ ਜੇ। ਕਹਿੰਦੇ ਕੀ ਇਹਦੇ ਅੰਦਰ? ਕਹਿੰਦੇ ਚਿੱਤਰ ਬਚਿੱਤਰ ਇਹ ਅਵਚੇਰਾ, ਕਹਿੰਦੇ ਆਹੀ ਝਮੇਲਾ ਬੜਾ ਵੱਡਾ ਹੈ। ਕਹਿੰਦੇ ਕੀ? ਕਿ ਜਿਹੜਾ ਉਸ ਚਿੱਤਰਕਾਰ ਨੇ, ਜਿਹੜਾ ਪਰਮਾਤਮਾ ਨੇ, ਅਕਾਲ ਪੁਰਖ ਨੇ ਸੰਸਾਰ ਬਣਾਇਆ ਨਾ, ਇਹ ਤਸਵੀਰ ਬੜੀ ਮੋਹ ਵਾਲੀ ਹੈ, ਆਪਣੇ ਵੱਲ ਖਿੱਚ ਲੈਂਦੀ ਹੈ, ਇਹ ਗੱਲ ਲੰਘਣ ਨਹੀਂ ਦਿੰਦੀ। ਕਿ ਝੂਠ ਹੈ? ਇਹ ਆਪਣੇ ਵੱਲ ਖਿੱਚ ਲੈਂਦੀ ਹੈ, ਇਹੋ ਜਿਹੀ ਖਿੱਚ ਲੈਂਦੀ ਹੈ। ਤੁਸੀਂ ਕਦੀ ਦੇਖਿਓ ਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਐਸੀ ਖਿੱਚਿਆ ਕਿ ਸਾਡੇ ਅੰਦਰ ਮੋਹ ਪੈਦਾ ਕਰ ਦਿੱਤੇ। ਪਹਿਲਾਂ ਮਾਂ ਪਿਓ ਨੇ ਸਾਨੂੰ ਜਪਿਆ, ਉਹ ਸਾਡੇ ਮੋਹ ਵਿੱਚ ਫਸੇ ਹੁੰਦੇ ਸੀ, ਮੁੜ ਕੇ ਸਾਡੇ ਨਿਆਣੇ ਜੰਮੇ ਸੀ, ਉਹਨਾਂ ਦੇ ਮੋਹ ਵਿੱਚ ਫਸ ਗਏ, ਗਾਂ ਉਹਨਾਂ ਦੇ ਨਿਆਣੇ ਜੰਮਣੇ, ਉਹਨਾਂ ਨੇ ਮੋਹ ਵਿੱਚ ਫਸ ਜਾਣਾ, ਗਾਂ ਗਾਂ ਤੁਰੇ ਜਾਣੇ, ਆਪਾਂ ਮੋਹ 'ਚ ਹੀ ਫਸੇ ਜਾਂਦੇ ਹਾਂ। ਸਾਨੂੰ ਆਪਣਾ ਬੱਚਾ ਚੰਗਾ ਲੱਗਦਾ ਹੈ, ਪਰ ਸਾਡੇ ਮਨ 'ਚ ਕਦੀ ਨਹੀਂ ਆਉਂਦਾ ਵੀ ਇਹ ਬੱਚੇ ਦੀ ਬਣਤਰ, ਇਸ ਬੱਚੇ ਦੀ ਸ਼ੇਪ ਵੀ ਤਾਂ ਪਰਮਾਤਮਾ ਨੇ ਬਣਾਈ ਹੈ। ਨਹੀਂ ਆਉਂਦਾ। ਉਹ ਕੀ ਕਹਿੰਦੇ? ਕਹਿੰਦੇ ਚਿੱਤਰ ਬਚਿੱਤਰ ਇਹ ਅਵਚੇਰਾ, ਕਹਿੰਦੇ ਬੜਾ ਵੱਡਾ ਹੀ ਝਮੇਲਾ ਆ ਕਿ ਉਸ ਚਿੱਤਰਕਾਰ ਨੇ ਜਿਹੜਾ ਇਹ ਚਿੱਤਰ ਬਣਾਇਆ, ਸੰਸਾਰ ਬਣਾਇਆ, ਮੋਹ ਵਾਲਾ ਬੜਾ ਹੈ, ਚੰਗਾ ਬੜਾ ਲੱਗਦਾ, ਚੋਂ ਨਿਕਲਿਆ ਨਹੀਂ ਜਾਂਦਾ। ਗਿਆਨ ਹੈ ਨਾ, ਹੁਕਮ ਹੈ ਨਾ। ਫਿਰ ਕੀ ਕਹਿਣ ਲੱਗੇ? ਕਹਿੰਦੇ ਤਜ ਚਿੱਤਰੇ, ਤਜ ਚਿੱਤਰੇ ਚਿੱਤ ਰਾਖ ਚਤੇਰਾ, ਕਹਿੰਦੇ ਛੱਡ ਇਸ ਚਿੱਤਰ ਨੂੰ, ਛੱਡ ਇਸ ਫੋਟੋ ਨੂੰ, ਛੱਡ ਇਸ ਸੰਸਾਰ ਨੂੰ। ਕਹਿੰਦਾ ਕੀ ਕਰਾਂ? ਕਹਿੰਦਾ ਚਿੱਤ ਰਾਖ ਚਤੇਰਾ, ਕਹਿੰਦਾ ਜਿਸ ਨੇ ਇਹ ਫੋਟੋ ਬਣਾਈ ਹੈ ਆਪਣੇ ਹਿਰਦੇ 'ਚ, ਉਹਨੂੰ ਚੇਤੇ ਰੱਖ, ਉਹਨੂੰ ਧਿਆਨ ਕਰ, ਉਹਦੇ ਵੱਲ ਧਿਆਨ ਕਰ। ਇਹਦੇ ਵੱਲ ਧਿਆਨ ਕਰਕੇ ਕੀ ਲੈਣਾ ਹੀ? ਪਰ ਨਹੀਂ ਮਨ ਮੰਨਦਾ, ਨਹੀਂ ਮਨ ਮੰਨਦਾ। ਹੁਣ ਧਿਆਨ ਦੇਣਾ, ਜਦੋਂ ਅੰਦਰ ਇਹ ਮਨ ਮੰਨ ਜਾਵੇ, ਜਦੋਂ ਅੰਦਰੋਂ ਇਹ ਮਨ ਮੰਨ ਜਾਵੇ ਵੀ ਇਹ ਸੰਸਾਰ ਸਾਰਾ ਜਿਹੜਾ ਹੈ ਇਹ ਪਰਮਾਤਮਾ ਦੀ ਬਣਾਈ ਫੋਟੋ ਹੈ, ਉਹਦੀ ਬਣਾਇਆ ਚਿੱਤਰ ਹੈ, ਤੇ ਗਿਆਨ ਦੇ ਅਧੀਨ ਬਿਰਤੀ ਆ ਜਾਵੇ ਕਿਤੇ, ਗਿਆਨ ਦੇ ਅਧੀਨ ਬਿਰਤੀ ਆ ਜਾਵੇ ਕਿਤੇ, ਗੁਰੂ ਦੀ ਗੱਲ ਮੰਨ ਲਈਏ ਕਿਤੇ ਵੀ ਜੋ ਕੁਝ ਹੋ ਰਿਹਾ ਹੁਕਮ 'ਚ ਹੀ ਹੋ ਰਿਹਾ, ਜੋ ਕੁਝ ਹੋ ਰਿਹਾ ਹੁਕਮ 'ਚ ਹੀ ਹੋ ਰਿਹਾ, ਤੇ ਫਿਰ ਕੀ ਕਰਾਂਗੇ? ਤਾਂ ਹਉਮੈ ਕਹੇ ਨਾ ਕੋਈ, ਕੋਈ ਨਾ ਕਵੇ ਕਿ ਮੈਂ ਕੁਝ ਕੀਤਾ, ਮੈਂ ਕੁਝ ਕੀਤਾ, ਮੈਂ ਕੁਝ ਕੀਤਾ, ਮੈਂ ਕਰਨ ਜੋਗਾ, ਕੁਝ ਨਹੀਂ ਹੋਣਾ। ਜਿੱਦਣ ਬਿਰਤੀ ਬਣ ਗਈ ਮੈਂ ਕੁਝ ਕਰਨ ਜੋਗਾ ਨਹੀਂ, ਤਾਂ ਹਉ ਮੈਂ ਕਹੇ ਨਾ ਕੋਈ, ਮੈਂ ਨਹੀਂ ਕੁਝ ਵੀ ਕੀਤਾ, ਮੇਰੇ ਵੱਸ 'ਚ ਨਹੀਂ। ਕਹਿੰਦਾ ਫਿਰ ਕਿਉਂ? ਕਹਿੰਦਾ ਹੋਣਾ ਕੀ? ਫਿਰ ਤੇਰੀ ਸੁੱਤ ਸ਼ਬਦ ਦਾ ਮਿਲਾਪ ਹੋਏਗਾ, ਫਿਰ ਤੇਰੇ ਸੁੱਤ ਸ਼ਬਦ ਦਾ ਮਿਲਾਪ ਹੋਵੇਗਾ। ਹੁਕਮ 'ਚ ਆ ਗਿਆ ਨਾ, ਕਿਸੇ ਪਾਸੇ ਧਿਆਨ ਨਹੀਂ ਜਾਣ ਡਿਆ, ਧਿਆਨ ਟਿਕ ਗਿਆ। ਜਦੋਂ ਧਿਆਨ ਟਿਕਿਆ, ਜਦੋਂ ਧਿਆਨ ਟਿਕਿਆ, ਧਿਆਨ ਟਿਕਣ ਦੇ ਨਾਲ ਸੁੱਤ ਸ਼ਬਦ ਦਾ ਜਦੋਂ ਮਿਲਾਪ ਹੋਇਆ ਤੇ ਅੰਦਰੋਂ ਬਿਰਤੀ ਜਾਗਰੂਕ ਹੋਈ, ਸੁੱਤ ਸ਼ਬਦ ਦਾ ਜਦੋਂ ਮਿਲਾਪ ਹੋਇਆ, ਅੰਦਰ ਦੀ ਦਿਵ ਦ੍ਰਿਸ਼ਟੀ ਬਣੀ,
ਪਹਿਲਾਂ ਗੁਰੂ ਜੀ ਕਹਿਣ ਲੱਗ ਵੀ ਇਸ ਸੰਸਾਰ ਚਿੱਤਰ ਨੂੰ, ਫੋਟੋ ਨੂੰ ਛੱਡ, ਜਿਹਨੇ ਬਣਾਈਆਂ ਉਹਨੂੰ ਵੇਖ, ਉਹਦੇ ਵੱਲ ਧਿਆਨ ਲਾ। ਹੁਣ ਦੇਖਿਓ, ਪਹਿਲਾਂ ਇਹਨੂੰ ਕਿਹਾ ਨਾ ਵੇਖ ਇੱਧਰ, ਕਿਹਾ ਉਧਰ ਵੇਖ, ਜਿਹਨੇ ਫੋਟੋ ਬਣਾਈ ਉਹਦੀ ਖੋਜ ਕਰ, ਲੱਭ ਉਹਨੂੰ, ਉਹਦੇ ਵਰਗਾ ਬਣ। ਹੁਣ ਕੀ ਹੋਇਆ? ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ, ਦਿਵ ਦ੍ਰਿਸ਼ਟੀ ਅੰਦਰ ਖੁੱਲ ਗਈ, ਤੀਜੀ ਅੱਖ ਖੁੱਲ ਗਈ, ਦਸਵਾਂ ਦੁਆਰ ਖੁੱਲ ਗਿਆ। ਕਹਿੰਦਾ ਫਿਰ, ਕਹਿੰਦਾ ਹੁਣ ਕੀ ਹੋਣਾ ਸੀ? ਜਦੋਂ ਇਹ ਖੁੱਲਿਆ, ਮਨ ਬਿਰਤੀ ਵਿੱਚ ਵਿਚਾਰ ਪੈਦਾ ਹੋਈ। ਕੀ ਵਿਚਾਰ ਪੈਦਾ ਹੋਈ? ਕਹਿੰਦਾ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਦੇਖੋ ਤਬਦੀਲੀ ਆ ਗਈ ਹੁਣ। ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ ਦਾ ਭਾਵ ਕੀ? ਸਾਰਾ। ਕਹਿੰਦਾ ਇਹ ਜੋ ਸਾਰਾ ਸੰਸਾਰ ਤੁਸੀਂ ਵੇਖਣ ਰਹੇ ਹੋ ਨਾ, ਕਹਿੰਦੇ ਪਹਿਲਾਂ ਇਹ ਤੋਂ ਪਰਾਂ ਹੋ ਜਾ ਤੇ ਜਿਹਨੇ ਬਣਾਇਆ ਉਹਨੂੰ ਯਾਦ ਕਰ। ਜਦੋਂ ਉਹਨੂੰ ਯਾਦ ਕਰ ਲੈ, ਉਹ ਤੈਨੂੰ ਮਿਲ ਪਵੇ, ਤੇਰਾ ਸੁਭਾਅ ਉਹਦੇ ਵਰਗਾ ਹੋ ਜਾਏ। ਕਹਿੰਦਾ ਫਿਰ ਧਿਆਨ ਦੇਈ, ਇਸ ਸੰਸਾਰ ਨੂੰ, ਇਸ ਫੋਟੋ ਨੂੰ ਜਿਹਨੇ ਬਣਾਇਆ ਉਹਨੂੰ ਚੰਗੀ ਬੜੀ ਲੱਗਦੀ, ਉਹ ਵੇਖਣ ਆਉਂਦਾ, ਵੇਖਦਾ ਰਾਤ ਦਿਨ, ਠੀਕ ਹੈ, ਰਾਤ ਦਿਨ ਪਰਮਾਤਮਾ ਸੰਸਾਰ ਦੀ ਚਿੰਤਾ ਕਰਕੇ ਰੱਖਦਾ। ਲਿਖਿਆ ਬਾਣੀ 'ਚ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਉਹਦੀ ਹੈ, ਕਿਉਂਕਿ ਉਹ ਚੀਜ਼ ਉਹਦੀ ਬਣਾਈ ਹੈ, ਉਹਨੂੰ ਚਿੰਤਾ। ਹੁਣ ਕੀ ਕਹਿੰਦੇ? ਕਹਿੰਦੇ ਅੰਦਰੋਂ ਦਸਵਾਂ ਦੁਆਰ ਖੁੱਲ੍ਹਾ। ਫਿਰ ਇਹਨਾਂ ਅੱਖਾਂ ਤੋਂ ਪਰਾਂ ਹੋ ਕੇ ਵੇਖਿਆ। ਜਿਹਨੇ ਆਪਣੇ ਆਪ ਨੂੰ ਰੱਬ ਰੂਪ 'ਚ ਨਹੀਂ ਵੇਖਿਆ, ਉਹ ਸੰਸਾਰ ਨੂੰ ਰੱਬ ਦੇ ਰੂਪ 'ਚ ਨਹੀਂ ਵੇਖ ਸਕਦਾ। ਕਿ ਜਦੋਂ ਵੇਖਿਆ ਤੇ ਕੀ ਵੇਖਿਆ? ਇਹ ਵਿਸ ਸੰਸਾਰ ਤੁਮ ਦੇਖਦੇ। ਕਹਿੰਦੇ ਜਿਹੜਾ ਸਾਰਾ ਸੰਸਾਰ ਤੁਸੀਂ ਵੇਖਣ ਰਹੇ ਹੋ ਨਾ, ਇਹਨਾਂ ਅੱਖਾਂ ਦੇ ਜ਼ਰੀਏ, ਕਹਿੰਦੇ ਇਹ ਕੀ ਹੈ? ਤੇ ਗੁਰੂ ਸਾਹਿਬਾਨ ਕਹਿੰਦੇ ਇਹ ਹਰ ਕਾ ਰੂਪ ਹੈ। ਕਹਿੰਦੇ ਉਸ ਚਿੱਤਰਕਾਰ ਨੇ ਜਿਹਨੇ ਇਹ ਫੋਟੋ ਬਣਾਈ ਹੈ ਨਾ, ਕਹਿੰਦਾ ਉਸ ਚਿੱਤਰਕਾਰ ਨੇ ਸਾਰਾ ਸੰਸਾਰ ਆਪਣਾ ਰੂਪ ਬਣਾਇਆ ਹੈ, ਉਹਦੀ ਆਪਣੀ ਫੋਟੋ ਹੈ, ਇਹ ਉਹਦਾ ਆਪਣਾ ਹੀ ਸੰਸਾਰ ਹੈ ਸਾਰਾ। ਕਹਿੰਦੇ ਫਿਰ, ਕਹਿੰਦੇ ਹਰ ਰੂਪ ਨਦਰੀ ਆਇਆ। ਕਹਿੰਦੇ ਉਹ ਪਰਮਾਤਮਾ ਇਸ ਰੂਪ 'ਚ ਨਦਰੀ ਆਉਣ ਲੱਗ ਪੈਂਦਾ। ਕਿਹਨੂੰ? ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ। ਜਿਹੜੇ ਇਸ ਲੈਵਲ 'ਚ ਚਲੇ ਜਾਂਦੇ ਨੇ, ਜਿਹਨਾਂ ਦੀ ਆਤਮਿਕ ਬਿਰਤੀ ਉਸ ਲੈਵਲ 'ਚ ਚਲ ਜਾਂਦੀ ਹੈ, ਨਾਮ ਸਿਮਰਨ ਕਰਦਿਆਂ ਕਰਦਿਆਂ, ਸੁੱਤ ਸ਼ਬਦ ਦਾ ਮਿਲਾਪ ਕਰਦਿਆਂ ਕਰਦਿਆਂ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਤੀਜੀ ਅੱਖ ਖੁੱਲ੍ਹ ਜਾਂਦੀ ਹੈ, ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। ਕਹਿੰਦੇ ਫਿਰ ਉਹਨਾਂ ਨੂੰ ਇਸ ਢੰਗ ਨਾਲ ਦਿਸਦਾ ਹੈ। ਫਿਰ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ। ਕੈਸੀ ਬਿਰਤੀ ਬਣ ਜਾਂਦੀ ਹੈ? ਉਹ ਫਿਰ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਹ ਕਹਿੰਦੇ ਛੱਡ ਓਏ, ਕਿੱਥੇ ਐਵੇਂ ਰਾਤ ਦਿਨ ਰੋਈ ਜਾਣ ਡਿਆ। ਆਵਣ ਜਾਣ ਇੱਕ ਖੇਲ ਬਣਾਇਆ। ਇਹ ਜੰਮਣਾ ਮਰਨਾ ਤਾਂ ਪਰਮਾਤਮਾ ਨੇ ਇੱਕ ਖੇਡ ਖੇਡੀ ਹੈ, ਇੱਕ ਖੇਡ ਖੇਡੀ ਹੈ। ਆਗਿਆਕਾਰੀ ਕਿੰਨੀ ਮਾਇਆ। ਕਹਿੰਦੇ ਸਾਰੀ ਮਾਇਆ, ਸਾਰਾ ਸੰਸਾਰ ਉਸ ਪਰਮਾਤਮਾ ਨੇ ਆਪਣੀ ਆਗਿਆ 'ਚ ਬੱਧਿਆ ਹੋਇਆ, ਆਪਣੇ ਹੁਕਮ 'ਚ ਬੱਧਾ ਹੋਇਆ। ਹੁਕਮ ਦੀ ਪਛਾਣ ਕਿਹਨੂੰ ਹੋਈ? ਜਿਹਨੇ ਗਿਆਨ ਦੇ ਅਧੀਨ ਬਿਰਤੀ ਕੀਤੀ ਹੈ, ਜਿਹਨੇ ਗੁਰਬਾਣੀ ਪੜ੍ਹੀ ਪਰ ਆਪਣੀ ਬਿਰਤੀ ਪਰਮਾਤਮਾ ਦੇ ਅਧੀਨ ਕੀਤੀ ਹੈ। ਫਿਰ ਕਬੀਰ ਸਾਹਿਬ ਬਣ ਕੀ ਕਹਿੰਦੇ? ਕਹਿੰਦੇ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ। ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਤੇ ਔਰ। ਕਬੀਰ ਸਾਹਿਬ ਬਣ ਕਹਿੰਦੇ ਆ ਦਸਮ ਦੁਆਰ ਦੇ ਵਿੱਚ ਬਿਰਤੀ ਦੇ ਕਿੱਦਾਂ ਦੀ ਬਣ ਗਈ ਹੈ, ਕਿੱਦਾਂ ਦੀ ਬਣ ਗਈ ਆ? ਕਹਿੰਦੇ ਕਬੀਰ ਜਾਂ ਕੋ ਖੋਜਤੇ, ਕਹਿੰਦਾ ਜਿਹਨੂੰ ਮੈਂ ਲੱਭਦਾ 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 ਬੜਾ ਮੇਰਾ ਸਮਾਂ ਲੰਘ ਗਿਆ, ਸੋਈ ਪਾਇਓ ਠੌਰ। ਠੌਰ ਦਾ ਭਾਵ ਟਿਕਾਣਾ, ਥਾਂ। ਕਹਿੰਦੇ ਮੈਂ ਉਹ ਥਾਂ ਲੱਭ ਲਿਆ ਜੇ, ਮੈਂ ਉਹ ਟਿਕਾਣਾ ਲੱਭ ਲਿਆ ਜੇ। ਕਿੱਦਾਂ ਲੱਭਾ ਜਾਵੇ? ਕਬੀਰ ਸਾਹਿਬ ਕਿੱਥੇ ਆ ਉਹ ਟਿਕਾਣਾ? ਕਿੱਥੇ ਆ ਉਹ ਟਿਕਾਣਾ ਜਿੱਥੇ ਰੱਬ ਬੈਠਾ? ਕਿੱਥੇ ਉਹ, ਕਿਹੜਾ ਟਿਕਾਣਾ ਹੈ? ਤੇ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਸੋਈ ਫਿਰ ਕੇ ਤੂੰ ਭਇਆ। ਫਿਰ ਕੇ ਦਾ ਮਤਲਬ ਕਹਿੰਦਾ ਉਲਟ ਕੇ, ਪਲਟ ਕੇ। ਕਹਿੰਦਾ ਸੋਈ ਫਿਰ ਕੇ ਤੂੰ ਭਇਆ। ਕਹਿੰਦੇ ਜਿਸ ਆਤਮਾ ਨੂੰ ਕੀ ਕਹਿਣ ਲੱਗੇ? ਜਾਂ ਕੋ ਕਹਤੇ ਔਰ। ਆ ਜਿਸ ਆਤਮਾ ਨੂੰ ਕਹਿੰਦੇ ਸੀ ਨਾ ਦੂਜੀ ਹੈ, ਕੋਈ ਹੋਰ ਆ, ਕਹਿੰਦੇ ਜਦੋਂ ਪਲਟੀ ਲੱਗੀ ਮੇਰੀ ਮੈਲ ਤੋਂ ਵੀ, ਮੈਂ ਪਲਟੀ ਲੱਗੀ ਤੇ ਪਲਟ ਕੇ ਦੇਖਿਆ ਕਿ ਜਿਹਨੂੰ ਅਸੀਂ ਕੋਈ ਹੋਰ ਕਹਿੰਦੇ ਫਿਰਦੇ, ਉਹ ਤੇ ਤੂੰ ਨਿਕਲਿਆ। ਆਤਮਾ ਹੀ ਪਰਮਾਤਮਾ ਹੈ, ਕਹਿੰਦੇ ਤੇ ਤੂੰ ਨਿਕਲਿਆ। ਅਸੀਂ ਕਹਿੰਦੇ ਕੋਈ ਹੋਰ ਹੀ ਹੈ, ਉਹ ਕੋਈ ਹੋਰ ਹੀ ਅੰਦਰ ਵਸਣ ਡਿਆ ਹੈ। ਸਿਰਫ ਫਰਕ ਇੰਨਾ ਹੈ, ਪਲਟਣਾ ਔਖਾ। ਸੋਈ ਫਿਰ ਕੇ ਤੂੰ ਭਇਆ। ਜਦੋਂ ਮੈਂ ਪਲਟੀ ਮਾਰੀ ਤੇ ਵੇਖਿਆ ਤੇ ਉਹ ਤੇ ਤੂੰ ਭਇਆ, ਤੂੰ ਨਿਕਲ ਆਇਆ। ਆਤਮਾ ਹੀ ਪਰਮਾਤਮਾ ਹੈ, ਕਹੋ ਕਬੀਰ ਹੈ ਰਾਮ ਕੀ ਅੰਜ। ਸੋ ਗੁਰੂ ਪਿਆਰਿਓ ਵਡ ਭਾਗੇ ਹੋ,
ਇਸ ਅਵਸਥਾ ਤੱਕ ਪਹੁੰਚਣ ਲਈ ਆਪ ਜੀ ਦੀ ਬਿਰਤੀ ਨੂੰ ਗਿਆਨ ਦੇ ਅਧੀਨ ਲਿਜਾਣਾ ਪੈਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਤੇ ਉਹਦੀ ਵਿਚਾਰ ਕਰਕੇ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮਨ 'ਚ ਵਸਾਓ, ਫਿਰ ਗੱਲ ਬਣਨੀ। ਆਓ ਇੱਥੇ ਹੀ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।